ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਸਾਹਿਬ ਜੀ ਦੋਹਰਾ ਨਾਮ ਹੈ ਤੇ ਸਭ ਕੁਛ ਬਣਿਓ। ਅੰਤ ਬ੍ਰਹਮਾ ਸਰੀਰ ਸੋਇਓ ਨਾਮ ਵਿਸਾਰਿਓ। ਨਿਤ ਸਮਾਰ ਮਤ ਤੀਰ ਨਾਮੇ ਤੇ ਸਭ ਕੁਛ ਬਣਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਦੀਨ ਦਇਆਲ ਮਿਹਰਬਾਨ ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ। ਉਦਮ ਮਤ ਪ੍ਰਭ ਅੰਤਰਜਾਮੀ ਜਿਉ ਪ੍ਰੇਰੇ ਤਿਉ ਕਰਨਾ ਦੇ ਮਹਾਵਾਕ ਅਨੁਸਾਰ ਗਰੀਬ ਨਵਾਜ ਸਾਹਿਬ ਜੀ ਨੇ ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ ਹੈ। ਲੜੀਵਾਰ ਰੂਪ ਦੇ ਵਿੱਚ ਜਗਤ ਗੁਰੂ ਜੀ ਦੇ ਪਾਵਨ ਇਤਿਹਾਸ ਦੀ ਕਥਾ ਜੋ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਉਸ ਦੀ ਆਰੰਭਤਾ ਕੁਝ ਦਿਨ ਪਹਿਲਾਂ ਹੋਈ ਹੈ ਸਾਧ ਸੰਗਤ ਜੀ, ਜਿਸ ਦੇ ਪਹਿਲੇ ਅਧਿਆਏ ਦੀ ਵਿਚਾਰ ਚੱਲ ਰਹੀ ਹੈ, ਜਿਸ ਦੇ ਵਿੱਚ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਮੰਗਲ ਕੀਤੇ ਹਨ, ਜਿਹਦੇ ਵਿੱਚੋਂ 53 ਮੰਗਲਾਂ ਦੀ ਵਿਚਾਰ ਪਿੱਛੇ ਹੋ ਚੁੱਕੀ ਹੈ। 54 ਨੰਬਰ ਦਾ ਜੋ ਮੰਗਲ ਹੈ ਨਾਮ ਦੀ ਮਹਿਮਾ, ਨਾਮ ਦੀ ਸਮਰੱਥਾ, ਨਾਮ ਦੀ ਸ਼ਕਤੀ ਨੂੰ ਕਥਨ ਕਰਦਿਆਂ ਹੋਇਆਂ ਭਾਈ ਸਾਹਿਬ ਜੀ ਉਚਾਰਨ ਕਰ ਰਹੇ ਹਨ। ਇਸ ਤੋਂ ਅਗਲੇਰੇ ਜਿੰਨੇ ਮੰਗਲ ਆ ਰਹੇ ਹਨ ਉਹਨਾਂ ਨੂੰ ਸਾਧ ਸੰਗਤ ਜੀ ਸਰਵਣ ਕਰਨ ਤੋਂ ਪਹਿਲਾਂ ਸਭ ਮਾਈ ਭਾਈ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ, ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਸ਼ਰਧਾ ਭਾਵਨਾ ਸਹਿਤ ਉਚਾਰਨ ਕਰੀਏ ਵਾਹਿਗੁਰੂ ਦੇ ਨਾਮ ਨੂੰ, ਜਿਸ ਕਰਕੇ ਸਾਡਾ ਮਨ ਇਕਾਗਰ ਹੋਵੇ, ਸਾਡੀ ਰਸਨਾ ਪਵਿੱਤਰ ਹੋਵੇ। ਕਿਉਂਕਿ ਗਰੀਬ ਨਵਾਜ ਸਾਹਿਬ ਕਹਿੰਦੇ ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ। ਸਭ ਮਾਈ ਭਾਈ ਪ੍ਰੇਮ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਈ ਸਾਹਿਬ ਜੀ ਕਹਿੰਦੇ ਹਨ ਕਿ ਨਾਮ ਤੋਂ ਹੀ ਸਾਰਾ ਕੁਝ ਬਣਿਆ। ਜਦੋਂ ਸਭ ਕੁਝ ਕਹਿ ਦਿੱਤਾ ਤੇ ਫਿਰ ਸਾਧ ਸੰਗਤ ਜੀ ਸਭ ਕੁਝ ਦੇ ਵਿੱਚ ਇਹ ਕਰੋੜਾਂ ਖੰਡ ਬ੍ਰਹਿਮੰਡ ਆਉਂਦੇ ਹਨ। ਇੱਕ ਧਰਤੀ ਨਹੀਂ, ਅਨੇਕਾਂ ਧਰਤੀਆਂ, ਅਨੇਕਾਂ ਆਕਾਸ਼, ਅਨੇਕਾਂ ਸਮੁੰਦਰ, ਅਨੇਕਾਂ ਇਹ ਖੰਡ ਤੇ ਬ੍ਰਹਿਮੰਡ। ਗੁਰਬਾਣੀ ਦੇ ਅੰਦਰ ਗਰੀਬ ਨਵਾਜ ਸਾਹਿਬ ਜੀ ਨੇ ਫਰਮਾਇਆ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਨਾਮ ਤੋਂ ਹੀ ਸਾਰਾ ਕੁਝ ਬਣਿਆ ਹੈ। ਖੰਡ ਬ੍ਰਹਮੰਡ ਸਰੀਰ, ਫਿਰ ਖੰਡ ਬ੍ਰਹਿਮੰਡ ਦੇ ਟੁਕੜੇ ਦਾ ਨਾਮ ਹੀ ਖੰਡ ਹੈ। ਖੰਡ ਤੇ ਸਾਰਾ ਜਿਹੜਾ ਵੱਡਾ ਬ੍ਰਹਿਮੰਡ ਹੈ ਔਰ ਸਰੀਰ, ਇਹ ਸਾਰਾ ਕੁਝ ਕਹਿੰਦੇ ਨਾਮ ਤੋਂ ਹੀ ਬਣਿਆ ਹੈ। ਸਰੀਰ ਦੇ ਵਿੱਚ ਵੀ ਪਰਮੇਸ਼ਰ ਨੇ ਖੰਡਾਂ ਬ੍ਰਹਿਮੰਡਾਂ ਦੀ ਰਚਨਾ ਕੀਤੀ ਹੈ। ਜਿੱਥੇ ਬਾਹਰ ਵੱਡਾ ਇਹ ਖੰਡ ਤੇ ਬ੍ਰਹਿਮੰਡ ਹੈ, ਇਸੇ ਤਰ੍ਹਾਂ ਖੰਡ ਨਾਮ ਟੁਕੜੇ ਦਾ ਹੈ, ਖੰਡ ਨਾਮ ਹਿੱਸੇ ਦਾ ਹੈ।
ਜਿਵੇਂ 9 ਖੰਡਾਂ ਦਾ ਜ਼ਿਕਰ ਹੈ ਸਾਧ ਸੰਗਤ, ਜਿਵੇਂ ਧਰਤੀ ਦੇ 9 ਖੰਡ ਹਨ, 9 ਟੁਕੜੇ ਹਨ। ਜਿਵੇਂ ਆਪਾਂ ਭਾਈ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਬਾਬੇ ਤਾਰੇ 4 ਚੱਕ 9 ਖੰਡ, ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਤਾਂ ਇਹ ਖੰਡ ਜੋ 9 ਖੰਡ ਹਨ, ਤੇ ਇਹ 9 ਖੰਡਾਂ ਵਰਗੇ ਹੋਰ ਵੀ ਜਿਹੜੇ ਵੱਖ-ਵੱਖ, ਕਿਉਂਕਿ ਇੱਕ ਹੀ ਤਾਂ ਸ੍ਰਿਸ਼ਟੀ ਨਹੀਂ ਪਰਮੇਸ਼ਰ ਨੇ ਪੈਦਾ ਕੀਤੀ, ਇੱਕ ਹੀ ਬ੍ਰਹਿਮੰਡ ਨਹੀਂ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਕਰੋੜਾਂ ਬ੍ਰਹਿਮੰਡਾਂ ਦਾ ਉਹ ਠਾਕੁਰ ਸੁਆਮੀ ਹੈ। ਉਸ ਨੇ ਕਰੋੜਾਂ ਹੀ ਖੰਡ ਤੇ ਬ੍ਰਹਿਮੰਡ ਤੇ ਸਰੀਰ ਪੈਦਾ ਕੀਤੇ, ਤੇ ਸਾਰਾ ਕੁਝ ਹੀ ਨਾਮ ਤੋਂ ਪੈਦਾ ਕੀਤਾ, ਸਭ ਕੁਝ ਨਾਮ ਤੋਂ ਬਣਿਆ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਜਿਹੜਾ ਏਡਾ ਵੱਡਾ ਸਮਰੱਥ ਹੈ ਨਾਮ, ਇੰਨੀ ਸ਼ਕਤੀ ਵਾਲਾ ਪਰਮੇਸ਼ਰ ਦਾ ਨਾਮ ਆ, ਤੇ ਹੇ ਬੰਦਿਆ, ਹੇ ਇਨਸਾਨ, ਤੂੰ ਕਿਉਂ ਆਪਣੇ ਮਨ ਵਿੱਚੋਂ ਉਸ ਨਾਮ ਨੂੰ ਵਿਸਾਰ ਦਿੱਤਾ ਹੈ। ਹੇ ਮੱਤ ਵਾਲੇ ਧੀਰਜਵਾਨ ਪੁਰਸ਼, ਨਿਤਾ ਪ੍ਰਤੀ ਤੂੰ ਸੰਭਾਲਣਾ ਕਰ ਪਰਮੇਸ਼ਰ ਦੇ ਨਾਮ। ਸੰਭਾਲਣ ਤੋਂ ਭਾਵ ਹਰ ਰੋਜ਼ ਆਪਣੀ ਯਾਦ ਵਿੱਚ ਲਿਆ, ਆਪਣੀ ਚਿੰਤਨ ਵਿੱਚ ਲਿਆ, ਆਪਣੀ ਰਸਨਾ ਤੋਂ ਹਰ ਰੋਜ਼ ਜਪਿਆ ਕਰ, ਤੇ ਆਪਣੇ ਹਿਰਦੇ ਵਿੱਚ ਨਾਮ ਨੂੰ ਯਾਦ ਕਰਿਆ ਕਰ ਹਰ ਰੋਜ਼। ਇਸ ਕਰਕੇ ਤੂੰ ਮੱਤ ਵਾਲਾ ਤੇ ਧੀਰਜਵਾਨ ਹੋ ਜਾਵੇਂਗਾ। ਭਾਈ ਸਾਹਿਬ ਕਹਿੰਦੇ ਵੀ ਨਾਮ, ਜਿੱਥੇ ਨਾਮ ਤੋਂ ਸਾਰਾ ਕੁਝ ਬਣਿਆ ਹੈ ਨਾ, ਖੰਡ ਬ੍ਰਹਿਮੰਡ ਤੇ ਸਾਰੇ ਸਰੀਰ, ਉਥੇ ਪਰਮੇਸ਼ਰ ਦੇ ਸਰੂਪ ਹਨ ਨਿਰਗੁਣ ਤੇ ਸਰਗੁਣ। ਇੱਕ ਨਿਰਗੁਣ ਸਰੂਪ ਹੈ ਪਰਮੇਸ਼ਰ ਦਾ, ਜੋ ਮਾਇਆ ਦੇ ਗੁਣਾਂ ਤੋਂ, ਰਜੋ ਤਮੋ ਸਤੋ ਤੋਂ ਰਹਿਤ ਹੈ, ਤੇ ਇੱਕ ਸਰਗੁਣ ਸਰੂਪ ਹੈ ਜੋ ਮਾਇਆ ਦੇ ਗੁਣਾਂ ਦੇ ਸਹਿਤ ਹੈ, ਪ੍ਰਤੱਖ। ਨਿਰਗੁਣ ਉਹ ਹੈ ਜੋ ਸਰਬ ਵਿਆਪਕ ਹੈ, ਤੇ ਸਰਗੁਣ ਜਿਸ ਵੇਲੇ ਆਪਣਾ ਸਰੂਪ ਪ੍ਰਗਟ ਕਰਦੇ ਹਨ, ਸਰਗੁਣ ਸਰੂਪ ਦੇ ਵਿੱਚ ਹੁੰਦੇ। ਉਂਝ ਹੈ ਦੋਨੇ ਹੀ ਆਪ ਹੀ ਪਰਮੇਸ਼ਰ, ਨਿਰਗੁਣ ਵੀ ਆਪ ਹੈ ਤੇ ਸਰਗੁਣ ਵੀ ਆਪ। ਨਿਰਗੁਣ ਤੋਂ ਹੀ ਸਰਗੁਣ ਹੁੰਦੇ। ਨਿਰਗੁਣ ਉਹ ਸਰੂਪ ਹੈ ਜਿਹਦਾ ਨਾ ਕੋਈ ਚੱਕਰ ਹੈ, ਨਾ ਕੋਈ ਚਿਹਨ ਹੈ, ਨਾ ਕੋਈ ਜਾਤ ਹੈ, ਨਾ ਕੋਈ ਪਾਤ ਹੈ, ਨਾ ਕੋਈ ਕੁਝ ਵੀ ਨਹੀਂ। ਉਹ ਜੋਤ ਸਰੂਪ। ਚੱਕਰ ਚਿਹਨ ਯਾਰ ਵਰਨ ਜਾਤ ਯਾਰ ਪਾਤ ਨਹਿਨ, ਜਿਹੇ ਰੂਪ ਰੰਗ ਯਾਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ। ਐਸਾ ਜੋ ਸਰਬ ਵਿਆਪਕ ਤੇ ਮਾਇਆ ਦੇ ਗੁਣਾਂ ਤੋਂ ਰਹਿਤ, ਮਾਇਆ ਤੋਂ ਰਹਿਤ ਨਿਰਗੁਣ ਸਰੂਪ ਹੈ। ਤੇ ਉਸੇ ਹੀ ਨਿਰਗੁਣ ਸਰੂਪ ਤੋਂ ਜਦੋਂ ਫਿਰ ਸਰਗੁਣ ਸਰੂਪ ਧਾਰਨ ਕਰਦੇ ਆ, ਉੱਥੇ ਫਿਰ ਸਾਰਾ ਕੁਝ ਹੀ ਹੁੰਦਾ। ਉੱਥੇ ਕੁਲ ਵੀ ਹੈ, ਖਾਨਦਾਨ ਵੀ ਹੈ, ਉੱਥੇ ਸਾਰਾ ਕੁਝ ਹੀ ਹੈ, ਉੱਥੇ ਸਰੀਰ ਵੀ ਹੈ, ਉੱਥੇ ਫਿਰ ਸਭ ਕੁਝ ਹੈ, ਜਾਤ ਪਾਤ ਵੀ ਹੈ। ਤੋ ਇਸ ਕਰਕੇ ਇਹ ਜੋ ਪਰਮੇਸ਼ਰ ਦੇ ਦੋ ਸਰੂਪ ਹਨ, ਇੱਕ ਨਿਰਗੁਣ ਹੈ ਤੇ ਇੱਕ ਸਰਗੁਣ ਹੈ, ਪਰ ਹੈ ਆਪ ਹੀ ਨਿਰਗੁਣ ਆਪ, ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਇੱਥੇ ਭਾਈ ਸਾਹਿਬ ਜੀ ਨਾਮ ਦੀ ਮਹਿਮਾ ਕਰ ਰਹੇ ਆ। ਕਹਿੰਦੇ ਵੀ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਨਿਰਗੁਣ ਸਰੂਪ ਤੋਂ ਵੀ ਵੱਡਾ ਵਾ ਤੇ ਸਰਗੁਣ ਸਰੂਪ ਤੋਂ ਵੀ ਵੱਡਾ। ਨਾਮ ਪਰਮੇਸ਼ਰ ਦਾ ਪਰਮੇਸ਼ਰ ਤੋਂ ਵੱਡਾ ਵਾ। ਇਹ ਗੱਲ ਉਹ ਕਹਿੰਦੇ ਵੀ ਮੈਂ ਹੀ ਨਹੀਂ ਇਕੱਲਾ ਕਹਿ ਰਿਹਾ, ਇਹ ਪਰਮੇਸ਼ਰ ਵਾਹਿਗੁਰੂ ਨੇ ਆਪ ਆਖਿਆ ਵਾ ਵੀ ਮੇਰੇ ਤੋਂ ਵੱਡਾ ਮੇਰਾ ਨਾਮ। ਜਦੋਂ ਨਿਰਗੁਣ ਤੋਂ ਸਰਗੁਣ ਹੋਏ ਆ ਪਰਮੇਸ਼ਰ ਜੀ, ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਰੂਪ ਦੇ ਵਿੱਚ ਪ੍ਰਗਟ ਹੋਏ, ਤੇ ਫਿਰ ਆਪਣੇ ਨਿਰਗੁਣ ਸਰੂਪ ਦੀ ਸੋਝੀ ਦਿੱਤੀ ਸੰਸਾਰ ਨੂੰ। ਕਿਉਂਕਿ ਨਿਰਗੁਣ ਸਰੂਪ ਦੀ ਵੀ ਸੋਝੀ ਆਪ ਹੀ ਦਿੰਦੇ ਆ ਉਹ ਸਰਗੁਣ ਰੂਪ ਹੋ ਕਰਕੇ, ਸਰਬ ਵਿਆਪਕ ਨੇ। ਤੇ ਫਿਰ ਮਹਾਰਾਜ ਨੇ ਜਪਜੀ ਸਾਹਿਬ ਬਾਣੀ ਵਿੱਚ ਕਹਿ ਦਿੱਤਾ ਵੀ ਪਰਮੇਸ਼ਰ ਸਭ ਤੋਂ ਉੱਚਾ, ਕਰਤਾਰ ਸਭ ਤੋਂ ਉੱਚਾ, ਪਰ ਉਸ ਉੱਚੇ ਨਾਲੋਂ ਵੀ ਉਹਦਾ ਨਾਮ ਉੱਚਾ। ਉੱਚੇ ਉੱਪਰ ਉੱਚਾ ਨਾਉ, ਜਪਜੀ ਸਾਹਿਬ ਚ ਆਉਂਦਾ ਇਹ ਬਚਨ। ਉੱਚੇ ਉੱਪਰ ਉੱਚਾ ਨਾਉ,
ਉਹ ਪਰਮੇਸ਼ਰ ਉੱਚਾ ਵਾ, ਪਰ ਉਸ ਉੱਚੇ ਨਾਲੋਂ ਵੀ ਉਹਦਾ ਨਾਮ ਉੱਚਾ ਵਾ। ਨਾਮ ਦੀ ਏਡੀ ਵੱਡੀ ਮਹਿਮਾ ਹੈ। ਇੱਕ ਵਾਰੀ ਸਭ ਮਾਈ ਭਾਈ ਰਸਨਾ ਪਵਿੱਤਰ ਕਰੋ, ਨਾਮ ਉਚਾਰਨ ਕਰੋ, ਉੱਚੇ ਨਾਮ ਨੂੰ ਲਓ ਜੀ ਰਸਨਾ ਤੋਂ, ਆਖੋ ਪ੍ਰੇਮ ਨਾਲ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਨਿਰਗੁਣ ਨਾਗੁਣ ਤੇ ਪੁਨ ਸਾਗੁਣ ਤੇ, ਨਿਰਗੁਣ ਸਰੂਪ ਤੋਂ ਵੀ ਸਰਗੁਣ ਸਰੂਪ ਤੋਂ ਵੀ, ਗੁਰ ਕੇ ਮਤ ਮੈਂ, ਗੁਰੂ ਸਾਹਿਬ ਜੀ ਦੇ ਮਤ ਦੇ ਵਿੱਚ, ਗੁਰੂ ਕੇ ਪੰਥ ਦੇ ਵਿੱਚ ਵੱਡ ਨਾਮ ਪਛਾਨੋ, ਨਾਮ ਨੂੰ ਵੱਡਾ ਪਛਾਣ ਲਓ। ਗੁਰੂ ਸਾਹਿਬਾਂ ਨੇ ਨਾਮ ਨੂੰ ਵੱਡਾ ਆਖਿਆ ਹੈ। ਸ੍ਰੀ ਗੁਰੂ ਨਾਨਕ ਗੋਬਿੰਦ ਸਿੰਘ ਕਦੋਂ ਸਭ ਤੇ ਕਹਿ ਨਾਮ ਵਰਤਾਓ। ਫਿਰ ਕਹਿੰਦੇ ਭਾਈ ਸਾਹਿਬ ਕਿ ਇਹ ਗੱਲ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਖੀ ਹੈ, ਇਹ ਗੱਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖੀ ਹੈ। ਗਰੀਬ ਨਵਾਜ ਨੇ ਬਚਨ ਕੀਤਾ ਵੀ ਵੱਡੋ ਸਭ ਤੇ, ਸਾਰਿਆਂ ਤੋਂ ਵੱਡਾ ਪ੍ਰਭੂ ਦਾ ਨਾਮ ਪਛਾਣ ਲਓ ਭਾਈ, ਇਹ ਨਿਸ਼ਚਾ ਕਰ ਲਓ ਵੀ ਸਭ ਤੋਂ ਵੱਡਾ ਪ੍ਰਭੂ ਦਾ ਨਾਮ ਹੈ। ਇੱਥੇ ਦੋਹਾਂ ਗੁਰੂ ਸਾਹਿਬਾਂ ਦਾ ਨਾਮ ਲਿਆ ਭਾਈ ਸੰਤੋਖ ਸਿੰਘ ਜੀ ਨੇ। ਇਸ ਨੂੰ ਸਾਧ ਸੰਗਤ ਜੀ, ਜੋ ਪਹਿਲੇ ਗੁਰੂ ਸਾਹਿਬ ਜੀ ਦਾ ਨਾਮ ਲੈਤਾ ਤੇ 10ਵੇਂ ਗੁਰੂ ਸਾਹਿਬ ਜੀ ਦਾ ਨਾਮ ਲੈ ਦਿੱਤਾ ਨਾ, ਆਦ ਤੇ ਅਖੀਰਲੇ ਗੁਰੂ ਸਾਹਿਬ ਜੀ ਦਾ 10ਵੇਂ ਪਾਤਸ਼ਾਹ ਦਾ, ਇਹਦੇ ਤੋਂ ਭਾਵ 10 ਹੀ ਪਾਤਸ਼ਾਹੀਆਂ ਨੇ ਆਖਿਆ ਵੀ ਨਾਮ ਵੱਡਾ ਹੈ। 10 ਹੀ ਗੁਰੂ ਸਾਹਿਬਾਂ ਨੇ ਆਖਿਆ ਤੇ 10 ਗੁਰੂ ਸਾਹਿਬਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿ ਰਹੇ ਆ ਵੀ ਨਾਮ ਵੱਡਾ ਭਾਈ। ਜਿਹੜਾ ਬਚਨ ਆਇਆ ਵੀ ਵੱਡੋ ਸਭ ਤੇ, ਸਾਰਿਆਂ ਤੋਂ ਵੱਡਾ ਨਾਮ ਹੈ, ਫਿਰ ਇਹਦਾ ਕੀ ਭਾਵ ਹੋਇਆ ਵੀ ਕਿਹਦੇ ਕਿਹਦੇ ਤੋਂ ਵੱਡਾ ਨਾਮ ਹੈ? ਵੱਡੋ ਸਭ ਤੇ, ਕਿਹਦੇ ਕਿਹਦੇ ਤੋਂ ਨਾਮ ਵੱਡਾ ਹੈ? ਸਭ ਤੋਂ ਹੀ ਵੱਡਾ ਨਾਮ ਹੈ। ਜਦੋਂ ਪਰਮੇਸ਼ਰ ਤੋਂ ਹੀ ਵੱਡਾ ਨਾਮ, ਪਰਮੇਸ਼ਰ ਨੇ ਆਪ ਕਹਿ ਦਿੱਤਾ ਵੀ ਮੇਰੇ ਨਾਲੋਂ ਵੀ ਮੇਰਾ ਨਾਮ ਵੱਡਾ ਹੈ, ਤੇ ਫਿਰ ਬਾਕੀ ਤੇ ਸਾਰੇ ਥੱਲੇ ਹੀ ਆ ਨਾ। ਸਭ ਦੇਵੀਆਂ, ਸਭ ਦੇਵਤੇ, ਸਭ ਨਾਮ ਸਭ ਤੋਂ ਵੱਡਾ। ਜਿਹੜਾ ਬਚਨ ਹੈ ਵੱਡੋ ਸਭ ਤੇ, ਵੀ ਸਭ ਤੋਂ ਵੱਡਾ ਨਾਮ ਹੈ, ਇਹਦਾ ਇੱਕ ਅਰਥ ਇਹ ਵੀ ਹੈ ਵੀ ਜਿੰਨੇ ਧਰਮ ਦੇ ਸਾਧਨ ਕੀਤੇ ਜਾਂਦੇ ਨਾ ਸੰਸਾਰ ਦੇ ਵਿੱਚ ਪਰਮੇਸ਼ਰ ਪ੍ਰਾਪਤੀ ਦੇ, ਜਿੰਨੇ ਜਪ ਤਪ ਸੇਵਾ ਪੂਜਾ ਅਨੇਕ ਪ੍ਰਕਾਰ ਨਾਲ ਯਾਤਰਾ, ਸਭ ਤੋਂ ਨਾਲੋਂ ਨਾਮ ਵੱਡਾ ਹੈ। ਜਿੰਨੇ ਵੀ ਧਰਮ ਦੇ ਸਾਧਨ, ਜਿੰਨੇ ਵੀ, ਉਹਨਾਂ ਸਾਰਿਆਂ ਨਾਲੋਂ ਨਾਮ ਵੱਡਾ। ਜਦੋਂ ਆਪਾਂ ਬਾਣੀ ਪੜ੍ਹਦੇ ਤੇ ਬਾਣੀ ਵਿੱਚ ਨਾਮ ਦੀ ਮਹਿਮਾ ਕਰਦੇ ਹਾਂ, ਮਹਾਰਾਜ ਸਾਹਿਬ ਨੇ ਆਖਿਆ ਸੁਖਮਨੀ ਸਾਹਿਬ 'ਚ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢਢੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਨਾਮ ਇੰਨਾ ਵੱਡਾ, ਨਾਮ ਦੇ ਬਰਾਬਰ ਆਖਿਆ ਕੁਝ ਵੀ ਨਹੀਂ ਪੁੱਜ ਸਕਦਾ। ਮਹਾਰਾਜ ਦੁਨੀਆ 'ਚ ਕਈ ਤਰ੍ਹਾਂ ਦੇ ਜਪ ਤਪ, ਕਈ ਤਰ੍ਹਾਂ ਦੇ ਮੰਤਰਾਂ ਦੇ ਜਾਪ ਕੀਤੇ ਜਾਂਦੇ, ਕੁਝ ਵੀ ਨਹੀਂ ਨਾਮ ਦੇ ਤੁਲ ਪੁੱਜਦਾ। ਪਰਮੇਸ਼ਰ ਦਾ ਨਾਮ ਇੰਨਾ ਵੱਡਾ। ਸਤਿਗੁਰੂ ਜੀ ਨੇ ਇੱਕ ਇੱਕ ਗਿਣ ਕੇ ਦੱਸ ਦਿੱਤਾ। ਕਹਿੰਦੇ ਜਾਪ ਤਾਪ ਗਿਆਨ ਸਭ ਧਿਆਨ, ਸੁਖਮਨੀ ਸਾਹਿਬ ਦੀ 3ਜੀ ਅਸ਼ਟਪਦੀ। ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ, ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੈ ਕਰ ਰਾਤੇ, ਵਰਤ ਨੇਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ। ਨਾਮ ਕਹਿੰਦੇ ਸਭ ਤੋਂ ਵੱਡਾ ਹੈ। ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਤੋਂ ਲੈ ਲਈਏ ਤਾਂ ਉਹਨਾਂ ਨੇ ਆਖਿਆ, ਕਹਿੰਦੇ ਵੀ ਨਾਮ ਇੰਨਾ ਮਹਾਨ ਹੈ, ਜੈਸੇ 68 ਤੀਰਥ ਪਰਸ ਕੀਓ, ਜੁਗ 4 ਚਰਿਓ ਕੈਲਾਸ ਰਹਿਓ। ਨਾਮ ਕਿੰਨਾ ਵੱਡਾ ਹੈ। ਜੇ ਕੋਈ 68 ਤੀਰਥਾਂ ਤੇ ਵੀ ਦਰਸ਼ਨ ਪਰਸਨ ਕਰ ਆਵੇ, ਇਸ਼ਨਾਨ ਕਰ ਆਵੇ, ਤੇ 4 ਯੁਗ ਕੈਲਾਸ਼ ਪਰਬਤ ਤੇ ਬਹਿ ਕੇ ਤਪ ਵੀ ਕਰ ਲਵੇ, ਜੈਸੇ 68 ਤੀਰਥ ਪਰਸ ਕੀਓ, ਜੁਗ 4 ਚਰਿਓ ਕੈਲਾਸ ਰਹਿਓ। 4 ਯੁਗ ਕੈਲਾਸ਼ ਪਰਬਤ ਤੇ ਰਵੇ, 68 ਤੀਰਥਾਂ ਦੇ ਦਰਸ਼ਨ ਕਰ ਆਵੇ। ਇਹ ਕੋਈ ਛੋਟੀ ਗੱਲ ਨਹੀਂ ਗੀ। ਇਹ ਗੱਲ ਕਈ ਕੁਝ ਸਕਿੰਟਾਂ ਵਿੱਚ ਜਾਂਦੀ ਹੈ, ਤੇ 68 ਤੀਰਥਾਂ ਤੇ ਇਸ਼ਨਾਨ ਕਰਨ ਲੱਗਿਆਂ ਕਿੰਨਾ ਸਮਾਂ ਲੱਗਦਾ ਹੈ। ਇੱਕ ਤੀਰਥ ਕਿਤੇ ਹੈ, ਇੱਕ ਕਿਤੇ ਹੈ।
फिर 4 युग कैलाश पर्वत ते बह के कोई तप करे। जैसे 68 तीर्थ परस कियो जुग 4 चरियो कैलाश रहियो, जैसे लाख बार कुरुक्षेत्र में असमेध जग अभंग ठयो। कहते भी एक असमेध जग नहीं, लख असमेध जग कोई करे कुरुक्षेत्र की धरती ते, लख वारी असमेध जग करे। ये पिछले समय च ये जग करिया करते सी, असमेध जग। ਉਹਦੇ ਚ ਘੋੜੇ ਨੂੰ ਮਾਰਦੇ ਸੀ, ਘੋੜੇ ਦੀ ਬਲੀ ਦਿੰਦੇ ਸੀ। ਗਊ ਮੇਧ ਜਗ ਵੀ ਕਰਦੇ ਸੀ, ਗੈਂਡਾ ਮੇਧ ਜਗ ਵੀ ਕਰਦੇ ਸੀ। ਇਹ ਬੜਾ ਲੰਮਾ ਚੌੜਾ ਪ੍ਰੋਗਰਾਮ ਆ। ਪਿਛਲੇ ਸਮੇਂ 'ਚ ਇਸ ਤਰ੍ਹਾਂ ਦੇ ਜਗ ਕੀਤੇ ਜਾਂਦੇ ਸੀ। ਜੈਸੇ लाख बार कुरुक्षेत्र में असमेध जग अभंग ठयो, जैसे कोट बरस तप उर्धमुखी बै संतर में तन दाह दयो। जिमें कहते भी कोई करोड़ा साल, देखो करोड़ा साल आख रहे, जैसे कोट बरस बै संतर में अग बाल के कोई करोड़ा साल तप करे, धूणियां ला के तपस्या करते। कहरां दी गर्मी विच 5 धूणियां लाउंदे आले दुआले जोगी लोग, होर साधक लोग। कहते भी कोई करोड़ा साल अग दे विच बह करके तप करे ते उस अग दे विच अपना आप साड़ दवे भावें। जैसे कोट बरस तप उर्धमुखी, फिर करे भी उर्धमुखी, पैर उपर नूं करके सिर हेठां नूं करके। जैसे कोट बरस तप उर्धमुखी बै संतर में तन दाह दयो, अपना तन दाह दवे, अग्नि दाह कर दवे। कहते एक पासे ते सारा कुछ आ ते एक पासे होने अमृत नाम विशेष इते, जिन एक बार श्री वाहिगुरु कहो। जिसने एक बारी श्री वाहिगुरु आख्या ते उन्हों इन्ना कुछ करन दी लोड़ नहीं, इन्ना कुछ दा फल उन्हों इकट्ठा ही मिल जाता। जिहड़ा एक बारी कहंदा वाहिगुरु वाहिगुरु, तां कहंदे श्री मुख नानक गोबिंद सिंह वड्डो सब ते कह नाम बखानो। सुभाईमान मुखार बिंद तो धन श्री गुरु नानक देव साहब महाराज ने, श्री गुरु गोबिंद सिंह महाराज ने अथवा 10 पातशाहियां ने सब तो वड्डा नाम नूं ही कथन कीता है। फिर 4 वेद 18 पुराण होर जिन्ने भी ग्रंथ वा वो सारे नाम नूं ही वड्डा कह रहे। वेखो सारे ग्रंथां दे विच नाम दी महिमा है, नाम दी महिमा। गुरबाणी च महाराज ने आख्या सिमरित वेद पुराण, पुकारन पोथियां, नाम बिना सब कूड़ गाली होशियां। नाम तो बिना सब होशियां गल्लां वां, नाम दी महिमा महान है। वेद कतेब कहो मत झूठे, झूठा जोना विचारे। कई बारी बंदा उंज ही सुभावक ही कह दिंदा मैं नहीं जी मनदा उन्हां नूं। किन्हां नूं नहीं मनदा? कहंदा मैं नहीं वेदां किताबां नूं मनदा, मैं गुरु का सिख हां, मैं गुरु का सिख हां। ते गुरु साहब कह रहे भी वेद किताब कहो मत झूठे, भी तू जे मेरा सिख हां ते पुत्रा तू काहतों वेदां किताबां नूं झूठा कहना? भी झूठा ते तां कहें भी जे तू उहनूं पढ़िया, पढ़ी ते तू मुहारनी नहीं। ते कहंदा मैं गुरु का सिख हां, मैं नहीं वेदां किताबां नूं मनदा हुंदा। शाबाश तेरे, नाम मन। तो इसे तरह सो जेड़ा ये ग्रंथ आरंभ होया वा इहदे ते भी बहुत तर्का कीतियां जांदियां। कहंदे असीं नहीं जी मनदे सूरज ग्रंथ नूं। ना मनो भाई भी सूरज ग्रंथ दे तां मंगल भी नहीं पढ़े। जे मंगल ही चाही तरह पढ़ लीए तो किन्नी महिमा नाम दी आ। वेखो किन्नी महिमा नाम दी कर रहे। इन्ना कोई अज तक विद्वान कर सकदा महिमा नाम दी जिन्नी भाई संतोख सिंह ने नाम दी महिमा कीती। धन गुरु ग्रंथ साहब महाराज ने आख्या वेद कतेब कहो मत झूठे। फिर महाराज झूठा कौन है? कहंदे झूठा जो ना विचारे। झूठा वो आ जिहड़ा पढ़दा नहीं, जिहड़ा विचार नहीं करदा। विचार करन तो बिना ही ज्ञानी संत सिंह मस्कीन दे सामने आया कोई, उन्हें आख्या जी आ 10वें ग्रंथ दे बारे तुहाडा की विचार जी, जो श्री 10वें ग्रंथ साहिब दी बाणी है। कहंदा मैं तुहाडे नाल विचार करन आया, चर्चा करन आया। कहंदे भी कर ला प्रेमिया। ज्ञानी संत सिंह जी मस्कीन, आप सारा पंथ ही जानदा, महान कौम दे विद्वान होए।
ਉਹ ਕਹਿੰਦੇ ਪਹਿਲਾਂ ਮੈਨੂੰ ਦੱਸ ਵੀ ਤੂੰ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਆ? ਕਹਿੰਦੇ ਨਹੀਂ, ਦਰਸ਼ਨ ਤਾਂ ਨਹੀਂ ਕੀਤੇ, ਸੁਣਿਆ ਵਾ ਲੋਕਾਂ ਤੋਂ। ਕਹਿੰਦੇ ਬਸ ਠੀਕ ਆ ਫਿਰ। ਕਹਿੰਦੇ ਚਰਚਾ ਫਿਰ ਕਰੀ, ਪਹਿਲਾਂ ਉਹਦੀ ਸੰਥਿਆ ਕਰਕੇ ਇੱਕ ਪਾਠ ਕਰ ਲਾ ਸਾਰਾ। ਇੱਕ ਵਾਰੀ ਸੰਥਿਆ ਕਰ ਲਾ ਉਹਦੀ, ਇੱਕ ਪਾਠ ਕਰ, ਫਿਰ ਗੱਲ ਕਰੀ। ਅਸਲ ਦੇ ਵਿੱਚ ਕੀਤਾ ਕੁਝ ਵੀ ਨਹੀਂ ਤੇ ਸੁਣਿਆ ਸੁਣਾਇਆ ਹੀ। ਜੋ ਕੁਝ ਸੁਣਿਆ ਤੇ ਅੱਗੇ ਸੁਣਾ ਦਿੱਤਾ ਕਿ ਇਤਨਾ ਫਲਾਣਾ ਕਹਿੰਦਾ ਜੀ, ਫਲਾਣਾ ਕਹਿੰਦਾ ਜੀ। ਤਾਂ ਕਹਿੰਦੇ ਹਨ ਵੀ ਵੇਦ ਕਿਤਾਬਾਂ ਦੇ ਵਿੱਚ ਵੀ ਨਾਮ ਦੀ ਮਹਿਮਾ ਹੀ ਵੱਡੀ ਹੈ। ਠੀਕ ਹੈ, ਬਾਕੀ ਕਰਮ ਕਾਂਡਾਂ ਦਾ ਜ਼ਿਕਰ ਹੈ, ਪਰ ਉਹਦੇ ਵਿੱਚ ਵੀ, ਵੇਦਾਂ ਵਿੱਚ ਵੀ, ਪੁਰਾਣਾਂ ਵਿੱਚ ਵੀ, ਹੋਰ ਗ੍ਰੰਥਾਂ ਵਿੱਚ ਵੀ, ਤੇ ਕਵੀ ਲੋਕਾਂ ਨੇ, ਤੇ ਕੋਵਿਦ ਨਾਮ ਹੈ ਪੰਡਤ ਵਿਦਵਾਨਾਂ ਦਾ, ਉਹਨਾਂ ਨੇ, ਕਵੀ ਵੱਖਰੇ ਹੁੰਦੇ ਆ ਤੇ ਪੰਡਤ ਵਿਦਵਾਨ ਵੱਖਰੀ ਹੁੰਦੀ ਗੱਲ। ਕਵੀ ਸਿਰਫ ਕਵਿਤਾ ਰਚਦਾ, ਤੇ ਕੁਝ ਐਸੇ ਆ ਜਿਹੜੇ ਕਵਿਤਾ ਵੀ ਰਚਦੇ ਤੇ ਵਿਦਵਾਨ ਵੀ ਹੈ, ਜਿਵੇਂ ਭਾਈ ਸੰਤੋਖ ਸਿੰਘ ਜੀ। ਕਹਿੰਦੇ ਕਵ ਕੋਵਿਦ ਜੇ ਸਭ ਹੀ ਮਨ ਮਾਨੋ, ਸਾਰਿਆਂ ਨੇ ਮਨ ਦੇ ਵਿੱਚ ਨਾਮ ਨੂੰ ਹੀ ਵੱਡਾ ਮੰਨਿਆ ਹੈ। ਇੰਨੀ ਮਹਿਮਾ ਕਰਕੇ ਕਹਿੰਦੇ ਵੀ ਮਨਾ ਮੂਰਖਾ, ਇੰਨੇ ਨਾਮ ਦੀ ਮਹਿਮਾ ਹੈ, ਇੰਨੀ ਨਾਮ ਦੀ ਸ਼ਕਤੀ ਹੈ, ਇੰਨਾ ਨਾਮ ਦਾ ਪ੍ਰਤਾਪ ਹੈ, ਤੇ ਮਨਾ ਮੂਰਖਾ ਤੂੰ ਫੇਰ ਨਹੀਂ ਨਾਮ ਦੇ ਪ੍ਰਤਾਪ ਨੂੰ ਜਾਣਦਾ। ਨਾਮ ਦੀ ਏਡੀ ਵੱਡੀ ਮਹਿਮਾ ਹੈ। ਦਸੇ ਪਾਤਸ਼ਾਹੀਆਂ ਨਾਮ ਦੀ ਮਹਿਮਾ ਕਥਨ ਕਰ ਰਹੀਆਂ ਵੀ ਨਿਰਗੁਣ ਸਰੂਪ ਤੋਂ ਵੀ ਨਾਮ ਵੱਡਾ, ਸਰਗੁਣ ਸਰੂਪ ਤੋਂ ਵੀ ਨਾਮ ਵੱਡਾ। ਰੇ ਮਨ ਮੂੜ ਸੋ ਨਾਮ ਪ੍ਰਤਾਪ ਹੈ। ਹੇ ਮਨਾ ਮੂਰਖਾ, ਜੋ ਨਾਮ ਦਾ ਪ੍ਰਤਾਪ ਹੈ, ਤੂੰ ਜਾਣਦਾ ਹੋਇਆ ਵੀ ਕਿਵੇਂ ਅਣਜਾਣ ਹੋ ਰਿਹਾ। ਨਾਮ ਦੀ ਮਹਿਮਾ ਨੂੰ ਜਾਣਦਾ ਹੋਇਆ ਫਿਰ ਵੀ ਨਹੀਂ ਤੂੰ ਜਪਦਾ, ਫਿਰ ਵੀ ਨਹੀਂ ਤੂੰ ਜਪਦਾ ਇਹ ਨਾਮ ਨੂੰ। ਇਸ ਕਰਕੇ ਜਾਣਦਾ ਹੋਇਆ ਕਿਵੇਂ ਮਨਾ ਮੂਰਖਾ ਤੂੰ ਅਣਜਾਣ ਹੋ ਰਿਹਾ ਹੈ। ਹੁਣ ਭਾਈ ਸਾਹਿਬ ਜੀ ਹੋਰ ਖੁਲਾਸਾ ਕਰਦੇ। ਪਿਛਲੇ ਮੰਗਲ ਵਿੱਚ ਉਹਨਾਂ ਆਖਿਆ ਵੀ ਨਿਰਗੁਣ ਸਰੂਪ ਤੋਂ ਵੀ ਨਾਮ ਵੱਡਾ ਤੇ ਸਰਗੁਣ ਤੋਂ ਵੀ ਵੱਡਾ, ਤੇ ਹੁਣ ਦੱਸਦੇ ਆ ਵੀ ਨਿਰਗੁਣ ਤੇ ਸਰਗੁਣ ਤੋਂ ਕਿਵੇਂ ਵੱਡਾ ਹੈ। ਕਹਿੰਦੇ ਵੀ ਨਿਰਗੁਣ ਸਰੂਪ ਤੋਂ ਜਾਣ ਲਓ ਵੀ ਨਾਮ ਕਿਸ ਪ੍ਰਕਾਰ ਵੱਡਾ ਹੈ। ਕਹਿੰਦੇ ਵੀ ਨਿਰਗੁਣ ਸਰੂਪ ਵਿੱਚ ਪ੍ਰਮਾਤਮਾ ਸਾਰੀਆਂ ਦੇਹਾਂ ਦੇ ਵਿੱਚ ਆ। ਪਰਮੇਸ਼ਰ ਹਰ ਇੱਕ ਸਰੀਰ ਵਿੱਚ ਹੈ, ਜਰੇ ਜਰੇ ਵਿੱਚ ਉਹਦਾ ਵਾਸਾ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਸਭ ਮਹਿ ਜੋਤ ਜੋਤ ਹੈ, ਸੋਏ ਤਿਸ ਕੈ ਚਾਨਣ, ਸਭ ਮਹਿ ਚਾਨਣ ਹੋਏ। ਨਿਰਗੁਣ ਤੋਂ ਇਸ ਤਰ੍ਹਾਂ ਵੱਡਾ ਵੀ ਨਿਰਗੁਣ ਜੋ ਬ੍ਰਹਮ ਹੈ, ਨਿਰਗੁਣ ਜੋ ਪਰਮੇਸ਼ਰ ਹੈ, ਉਹ ਸਾਰਿਆਂ ਸਰੀਰਾਂ ਵਿੱਚ ਵਸਿਆ ਹੋਇਆ ਹੈ। ਤੇ ਚੇਤਨ ਸਰੂਪ ਪਰਮੇਸ਼ਰ ਦੇ ਆਸਰੇ ਹੋ ਕਰਕੇ ਹੀ ਜਿੰਨੇ ਨਰ ਨਾਰ, ਮਾਈ ਭਾਈ, ਮਨੁੱਖ, ਇਸਤਰੀ, ਮਰਦ ਇਸਤਰੀ ਸਾਰੇ ਹਨ, ਤੇ ਜੰਗਮ ਚੱਲਣ ਫਿਰਨ ਵਾਲੇ ਸਾਰੇ, ਉਹ ਪਰਮੇਸ਼ਰ ਜਿਹੜਾ ਹੈ ਉਹ ਨਿਰਗੁਣ ਸਰੂਪ ਵਿਰਾਜ ਰਿਹਾ ਹੈ। ਕਹਿੰਦੇ ਵੀ ਉਹ ਅੰਦਰ ਵਾ, ਉਹਦੇ ਸਰੀਰ ਦੇ ਵਿੱਚ ਹੁੰਦਿਆਂ। ਕਹਿੰਦੇ ਨਾਮ ਤਾਂ ਵੱਡਾ ਵਾ, ਪਰਮਾਤਮਾ ਸਾਰਿਆਂ ਦੇ ਸਰੀਰਾਂ ਵਿੱਚ ਵਸਦਾ ਵਾ, ਸਾਰਿਆਂ ਦੇ ਹਿਰਦਿਆਂ ਵਿੱਚ ਵਸਦਾ, ਤੇ ਸਾਰੇ ਫਿਰ ਵੀ ਦੁਖੀ ਆ। ਨਿਰਗੁਣ ਅੰਦਰ ਵਾ, ਉਹਦੇ ਅੰਦਰ ਹੁੰਦਿਆਂ ਵੀ ਮਨੁੱਖ ਦੁਖੀ ਆ। ਪਰਮਾਤਮਾ ਸਾਰਿਆਂ ਦੇ ਸਰੀਰਾਂ ਵਿੱਚ ਆ, ਪਰ ਫਿਰ ਵੀ ਦੁਖੀ ਆ। ਨਾਮ ਕਿਵੇਂ ਵੱਡਾ ਅੱਗੇ ਦੱਸਣਗੇ। ਕਹਿੰਦੇ ਜਦੋਂ ਨਾਮ ਜਪਦਾ ਵਾ ਤੇ ਫੇਰ ਹੀ ਜਿਹੜਾ ਅੰਦਰ ਵਸਦਾ ਵਾ ਉਹ ਫਿਰ ਸੁਖੀ ਕਰਦਾ, ਫਿਰ ਉਹਦੇ ਨਾਲ ਸਾਂਝ ਬਣਦੀ। ਉਹਨਾਂ ਚਿਰ ਤੇ ਵਿਤਕਰਾ ਹੀ ਬਣਿਆ ਹੋਇਆ। ਉਹ ਨਿਰਗੁਣ ਅੰਦਰ ਵਸਦੀਆਂ, ਫਿਰ ਉਹ ਚਿੰਤਾ ਨੂੰ ਦੂਰ ਕਰਨ ਵਾਲਾ ਹੈ, ਤੇ ਅਸੀਂ ਫਿਰ ਚਿੰਤਾ ਦੇ ਵਿੱਚ ਵਾਂ। ਉਹ ਸੁੱਖਾਂ ਦਾ ਸਾਗਰ ਹੈ, ਅਸੀਂ ਫਿਰ ਦੁੱਖਾਂ ਵਿੱਚ ਗਰਸੇ ਹੋਏ ਹਾਂ। ਹੁਣ ਪ੍ਰਮਾਤਮਾ ਅੰਦਰ ਵਸਿਆ ਹੋਇਆ ਨਿਰਗੁਣ ਸਰੂਪ ਦੇ ਵਿੱਚ, ਪਰ ਉਹਦੇ ਨਾਲ ਸਾਂਝ ਨਹੀਂ ਬਣੀ। ਉਹਦੇ ਨਾਲ ਸਾਂਝ ਉਦੋਂ ਹੀ ਬਣਦੀ ਹੈ ਜਦੋਂ ਉਹਦਾ ਨਾਮ ਜਪਿਆ ਜਾਂਦਾ ਹੈ। ਨਾਮ ਤੋਂ ਬਿਨਾਂ ਉਹ ਭਾਵੇਂ ਅੰਦਰ ਵਸਦਾ ਵਾ, ਫਿਰ ਵੀ ਸੁਖੀ ਨਹੀਂ ਕਰ ਸਕਦਾ, ਫਿਰ ਵੀ ਜੀਵ ਸੁਖੀ ਨਹੀਂ ਹੋ ਸਕਦਾ। ਉਹ ਅੰਦਰ ਵਸਦਿਆਂ ਹੋਇਆਂ ਵੀ ਫਿਰ ਵੀ ਮਨੁੱਖ ਦੁਖੀ ਹੈ। ਇਸ ਕਰਕੇ ਨਾਮ ਜਪੈ ਜਬ ਹੀ ਸੁਖ ਸਾਗਰ, ਉਹ ਸੁੱਖਾਂ ਦੇ ਸਾਗਰ ਦਾ ਜਦੋਂ ਨਾਮ ਜਪਦਾ ਹੈ, ਉਸੇ ਵੇਲੇ ਫਿਰ ਕਹਿੰਦੇ ਉਹ ਚੇਤਨ ਸਰੂਪ ਚਿੱਤ ਦੇ ਵਿੱਚ ਉਦੋਤ ਕਹੀਏ ਪ੍ਰਗਟ ਹੋ ਜਾਂਦੇ ਹਨ। ਤੇ ਸਰਗੁਣ ਸਰੂਪ ਤੋਂ ਕਹਿੰਦੇ ਕਿਵੇਂ ਵੱਡਾ ਇਹ ਨਾਮ, ਉਹ ਇਸ ਤਰ੍ਹਾਂ ਜਾਣੋ ਵੀ ਸਰਗੁਣ ਤੋਂ ਇਸੇ ਸਰੂਪ ਤੋਂ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਵਡਿਆਈ ਵੱਡੀ ਹੈ।
ਤਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਇੱਕ ਰਸ ਨਾਮ ਜਪਦੇ ਹਨ, ਜਿਹੜੇ ਵਿਸ਼ੇਸ਼ ਕਰਕੇ ਲੀਨ ਹੋਏ ਨਾਮ ਦੇ ਵਿੱਚ, ਪ੍ਰੇਮ ਜਿਉ ਨਾਮ ਵਸਿਓ ਜਪ ਜੀ। ਜਦੋਂ ਪ੍ਰੇਮ ਨਾਲ ਨਾਮ ਜਪਦੇ ਆ ਤੇ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ। ਸਭ ਗੁਣਜਨ ਹੋਤ ਸਰੂਪ ਕਿਰਪਾਲਾ। ਕਹਿੰਦੇ ਫਿਰ ਉਹ ਸਰਗੁਣ ਸਰੂਪ ਦਾ ਦਰਸ਼ਨ ਉਹਨਾਂ ਭਗਤਾਂ ਨੂੰ ਤਾਂ ਪ੍ਰਾਪਤ ਹੁੰਦਾ ਜਿੰਨਾ ਚਿਰ ਉਹ ਨਾਮ ਨਹੀਂ ਨਾ ਜਪਦੇ, ਉਹਨਾਂ ਚਿਰ ਉਹ ਸਰਗੁਣ ਸਰੂਪ ਦਾ ਦਰਸ਼ਨ ਵੀ ਪ੍ਰਾਪਤ ਨਹੀਂ ਹੁੰਦਾ। ਨਾਮ ਜਪਣ ਵਾਲਿਆਂ ਨੂੰ ਹੀ ਸਰਗੁਣ ਸਰੂਪ ਦਾ ਦਰਸ਼ਨ ਪ੍ਰਾਪਤ ਹੁੰਦਾ ਹੈ। ਜੇ ਭਗਤ ਕਬੀਰ ਸਾਹਿਬ ਜੀ ਨੇ ਨਾਮ ਜਪਿਆ ਤੇ ਤਾਂ ਹੀ ਪਰਮੇਸ਼ਰ ਨੇ ਪ੍ਰਤੱਖ ਦਰਸ਼ਨ ਦਿੱਤੇ। ਭਗਤ ਨਾਮਦੇਵ ਸਾਹਿਬ ਜੀ ਨੇ ਨਾਮ ਜਪਿਆ ਤੇ ਤਾਂ ਹੀ ਆ ਕਰਕੇ ਮੰਦਰ ਘੁਮਾਇਆ ਪਰਮੇਸ਼ਰ ਨੇ ਤੇ ਸਾਹਮਣੇ ਦਰਸ਼ਨ ਦਿੱਤੇ। ਮਰੀ ਗਾਂ ਜਿਉਂਦੀ ਕੀਤੀ। ਗੁਰੂ ਕੀ ਬਾਣੀ ਵਿੱਚ ਉਹ ਸਾਰਾ ਸ਼ਬਦ ਅੰਕਿਤ ਹੈ। ਸੁਲਤਾਨ ਪੂਛੇ ਸੁਣਵੇ ਨਾਮਾ, ਦੇਖੋ ਰਾਮ ਤੁਮਾਰੇ ਕਾਮਾ, ਨਾਮਾ ਸੁਲਤਾਨੇ ਬਾਦਲਾ, ਦੇਖੋ ਤੇਰਾ ਹਰ ਬੀਠਲਾ। ਤੋ ਇਸੇ ਪ੍ਰਕਾਰ ਭਗਤ ਧੰਨਾ ਜੀ ਨੇ ਨਾਮ ਜਪਿਆ ਤਾਂ ਹੀ ਪਰਮੇਸ਼ਰ ਨੇ ਆ ਕੇ ਫਿਰ ਪ੍ਰਸ਼ਾਦਾ ਵੀ ਛਕਿਆ ਤੇ ਧੰਨੇ ਭਗਤ ਦੀ ਲੱਸੀ ਵੀ ਪੀਤੀ। ਤਿੰਨਾਂ ਦਿਨਾਂ ਦੀ ਬਈ ਜਿਹੜੀ ਖੱਟੀ ਹੋਈ ਪਈ ਸੀ ਉਹੀ ਪੀਤੀ, ਫਿਰ ਨਾਮ ਦੀ ਬਰਕਤ ਨਾਲ ਹੀ ਪੀਤੀ। ਨਾਲੇ ਪ੍ਰਸ਼ਾਦਾ ਛਕਿਆ, ਸੁੱਕ ਗਿਆ। ਹੁਣ 3 ਦਿਨ ਪ੍ਰਸ਼ਾਦਾ ਉੱਤੇ ਸੁੱਕ ਹੀ ਜਾਣਾ ਸੀ। ਬੈਠੇ ਆ ਪੂਰਾ ਚੌਂਕੜਾ ਲਾ ਕੇ ਵੀ ਜੇ ਪਰਮੇਸ਼ਰ ਤੂੰ ਨਹੀਂ ਆਉਂਦਾ ਤੇ ਮੈਂ ਵੀ ਨਹੀਂ ਫਿਰ ਛਕਦਾ। ਫਿਰ ਜਦੋਂ ਦਰਸ਼ਨ ਦਿੱਤੇ ਤੇ ਨਾਲੇ ਛਕਦੇ ਆ ਤੇ ਨਾਲੇ ਲੱਸੀ ਪੀਂਦੇ ਤੇ ਕਹਿੰਦੇ ਧੰਨਿਆ ਇਹ ਤੇ ਖੱਟੀ ਆ, ਤੇ ਕਹਿੰਦੇ ਜੇ ਸਜਰੀ ਪੀਣੀ ਤੇ ਪਹਿਲੇ ਦਿਨ ਆ ਜਾਂਦਾ। ਹੁਣ ਤੇ 3 ਦਿਨਾਂ ਦੀ ਬਈ ਤੇ ਖੱਟੀ ਹੋਣੀ ਆ ਤੇ ਫਿਰ ਆਪ ਵੀ ਛਕਿਆ। ਤੋ ਇਸ ਪ੍ਰਕਾਰ ਦੇ ਨਾਲ ਜੇ ਪ੍ਰਤੱਖ ਦਰਸ਼ਨ ਦਿੱਤੇ ਆ, ਕਿਆਰੇ ਮੋੜੇ ਆ, ਧੰਨੇ ਭਗਤ ਦਾ ਖੂਹ ਚਲਾਇਆ ਵਾ, ਗਾਵਾਂ ਚਾਰੀਆਂ ਤੇ ਨਾਮ ਦੀ ਬਰਕਤ ਨਾਲ ਹੀ ਹੈ ਨਾ ਸਾਰਾ ਕੁਝ। ਬਾਹਮਣ ਪੂਜੈ ਦੇਵ ਤੇ ਧੰਨਾ ਗਊ ਚਰਾਵਣ ਆਵੇ। ਭਾਈ ਗੁਰਦਾਸ ਸਾਹਿਬ ਕਹਿੰਦੇ ਧੰਨੇ ਡਿਠਾ ਚਲਤੇ ਹੋ ਪੁੱਛੇ ਬਾਹਮਣ ਆਖ ਸੁਣਾਵੇ। ਠਾਕੁਰ ਦੀ ਸੇਵਾ ਕਰੇ ਜੋ ਇੱਛੈ ਸੋਈ ਫਲ ਪਾਵੇ। ਧੰਨਾ ਕਰਦਾ ਜੋਦੜੀ ਮੈਂ ਭੇ ਦੇਹ ਇੱਕ ਜੇ ਤੁਧ ਭਾਵੇ। ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛੁਡਾਵੇ। ਠਾਕੁਰ ਨੂੰ ਨਾ ਭਾਲ ਕੇ ਸ਼ਾਹੀ ਰੋਟੀ ਲੈ ਭੋਗ ਚੜਾਵੇ। ਹੱਥ ਜੋੜ ਮਿੰਨਤਾਂ ਕਰੇ ਪੈਰੀ ਪੈ ਪੈ ਬਹੁਤ ਮਨਾਵੇ। ਹਉ ਪੀ ਮੋਹਣਾ ਜੋ ਠਾਲਸਾਂ ਤੂੰ ਰੁੱਠਾ ਮੋਹ ਕਿਉ ਨਾ ਸੁਖਾਵੇ। ਗੋਸਾਈ ਪ੍ਰਤੱਖ ਹੋਏ ਰੋਟੀ ਖਾਏ ਸ਼ਾਹੇ ਮੋਹ ਲਾਵੇ। ਭੋਲਾ ਭਾਓ ਗੋਬਿੰਦ ਮਿਲਾਵੇ। ਸਿਆਣਪਾਂ ਚਤਰਾਈਆਂ ਨਹੀਂ ਸੀ, ਭੋਲਾ ਭਾਓ ਸੀ। ਭੋਲੇ ਭਾਏ ਮਿਲੇ ਰਘੁਰਾਇਆ, ਸਿੱਧਾ ਪੱਧਰਾ ਭਗਤ ਸੀ। ਭੋਲਾ ਭਾਓ, ਭੋਲੇ ਭਾਓ ਦਾ ਅਰਥ ਹੈ ਨਿਸ਼ਕਪਟ, ਸਿਆਣਾ ਤੇ ਭਗਤ ਜਿੰਨਾ ਕੋਈ ਹੋ ਹੀ ਨਹੀਂ ਸਕਦਾ। ਭੋਲੇ ਦਾ ਭਾਵ ਆਮ ਕਰਕੇ ਸੰਸਾਰ 'ਚ ਕਹਿ ਦਿੰਦੇ ਆ ਵੀ ਜਿਹਨੂੰ ਸਮਝਣਾ ਹੋਵੇ, ਜਿਹਨੂੰ ਅਕਲ ਨਾ ਹੋਵੇ ਉਹਨੂੰ ਕਹਿੰਦੇ ਤੇ ਭੋਲਾ ਵਾ। ਭੋਲੇ ਦਾ ਅਰਥ ਕੀਤਾ ਵਾ ਗੁਰਮੁਖਾਂ ਨੇ ਨਿਸ਼ਕਪਟ, ਜਿਹਦੇ ਅੰਦਰੋਂ ਬਾਹਰ ਇੱਕੋ ਜਿਹਾ ਹੀ। ਇਹ ਨਹੀਂ ਵੀ ਰਸਨਾ ਤੇ ਹੋਰ, ਬਾਹਰ ਹੋਰ ਤੇ ਅੰਦਰ ਹੋਰ, ਹਿਰਦੇ 'ਚ ਹੋਰ, ਅੰਦਰੋਂ ਬਾਹਰੋਂ ਇੱਕੋ ਜਿਹਾ ਸਿੱਧਾ। ਤੇ ਫਿਰ ਪਰਮੇਸ਼ਰ ਨੇ ਸਾਰੇ ਕਾਰਜ ਕੀਤੇ। ਭਗਤ ਜੀ ਨੇ ਆਪਣੀ ਰਸਨਾ ਤੋਂ ਉਚਾਰਿਆ ਵੀ ਨਾ, ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਤੋ ਇਸ ਕਰਕੇ ਕਹਿੰਦੇ ਹਨ ਕਿ ਜੋ ਸਰਗੁਣ ਸਰੂਪ ਹੈ ਉਹ ਵੀ ਉਸ ਵੇਲੇ ਹੀ ਇਹਨਾਂ ਨੇਤਰਾਂ ਦੇ ਨਾਲ ਦਰਸ਼ਨ ਹੁੰਦੇ ਆ ਭਗਤਾਂ ਨੂੰ, ਨਾਮ ਜਪਣ ਵਾਲਿਆਂ ਨੂੰ। ਜਦੋਂ ਪ੍ਰੇਮ ਨਾਲ ਉਹ ਨਾਮ ਜਪਦੇ, ਨਾਮ ਹਿਰਦੇ ਵਿੱਚ ਵਸ ਜਾਂਦਾ ਹੈ, ਫਿਰ ਪਰਮੇਸ਼ਰ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ। ਇਸ ਕਰਕੇ ਕਹਿੰਦੇ ਵੀ ਨਾਮ ਦੇ ਹੀ ਅਧੀਨ ਹੈ ਸਰਗੁਣ ਸਰੂਪ ਵੀ। ਨਾਮ ਜਪਣ ਵਾਲਿਆਂ ਨੂੰ ਹੀ ਦਰਸ਼ਨ ਦਿੱਤੇ ਹਨ। ਲਖਿਓ ਭਗਤਨ ਭਲੀ ਮਤ ਸ਼ਾਲਾ। ਜਿਹੜੇ ਮਤ ਦੇ ਸ਼ਾਲਾ, ਮਤ ਦੇ ਘਰ ਹੋਏ ਨਾ, ਭਾਵ ਵੱਡੀ ਮਤ ਵਾਲੇ, ਵੱਡੀ ਸਮਝ ਵਾਲੇ ਪ੍ਰਭੂ ਦੇ ਪਿਆਰੇ ਭਗਤ, ਉਹਨਾਂ ਨੇ ਇਹ ਲਖਿਆ, ਉਹਨਾਂ ਨੇ ਇਸ ਗੱਲ ਨੂੰ ਜਾਣਿਆ ਕਿ ਸਰਗੁਣ ਸਰੂਪ ਵੀ ਨਾਮ ਦੇ ਅਧੀਨ ਹੀ ਹੈ, ਵੀ ਨਾਮ ਜਪ ਕਰਕੇ ਸਰਗੁਣ ਸਰੂਪ ਪ੍ਰਾਪਤ ਹੁੰਦਾ। ਭਾਵੇਂ ਪਿਛਲੇ ਭਗਤਾਂ ਦੀ ਗੱਲ ਕਰ ਲਓ, 4 ਯੁੱਗਾਂ ਵਿੱਚ ਜਿਨ੍ਹਾਂ ਭਗਤਾਂ ਨੂੰ ਸਰਗੁਣ ਸਰੂਪ ਦੇ ਵੀ ਦਰਸ਼ਨ ਪ੍ਰਾਪਤ ਹੋਏ ਨਾ, ਉਹਨਾਂ ਨਾਮ ਜਪਣ ਵਾਲਿਆਂ ਨੂੰ ਹੀ ਪ੍ਰਾਪਤ ਹੋਏ। ਜੇ ਭਾਈ ਲਾਲੋ ਜੀ ਨਾਮ ਜਪਦੇ ਸੀ, ਧਰਮ ਦੀ ਕਿਰਤ ਕਰਦੇ ਸੀ, ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪ ਜਾ ਕੇ ਏਮਨਾਬਾਦ ਵਿੱਚ ਦਰਵਾਜ਼ਾ ਖੜਕਾਇਆ ਭਾਈ ਲਾਲੋ ਦਾ। ਆਪ ਦਰਵਾਜ਼ਾ ਖੜਕਾ ਕੇ ਆਖਿਆ, ਭਾਈ ਲਾਲੋ ਜੀ ਦਰਵਾਜ਼ਾ ਖੋਲੋ। ਬੜੇ ਸੋਹਣੇ ਬੋਲ ਲਿਖੇ ਜਨਮ ਸਾਖੀ ਵਿੱਚ। ਭਾਈ ਲਾਲੋ ਕੀ ਕਰਨਾ ਪਿਆ ਹੈ?
ਕਹਿੰਦਾ ਜੀ ਕਿੱਲੇ ਘੜਦਾ ਪਿਆ ਹਾਂ। ਮਹਾਰਾਜ ਨੇ ਆਖਿਆ ਕਿੱਲੇ ਹੀ ਘੜੀ ਜਾਵੇਂਗਾ ਕਿ ਮਨ ਵੀ ਘੜੇਗਾ। ਫਿਰ ਭਾਈ ਲਾਲੋ ਜੀ ਦੇ ਘਰ ਦੇ ਵਿੱਚ ਗਰੀਬ ਨਵਾਜ ਸਾਹਿਬ ਜੀ ਨੇ ਮਹੀਨਾ ਭਰ ਠਹਿਰੇ ਸਾਧ ਸੰਗਤ ਜੀ, ਕੋਦਰੇ ਦੇ ਪ੍ਰਸ਼ਾਦੇ ਛਕੇ। 2 ਵਾਰੀ ਰਹਿ ਭਾਈ ਲਾਲੋ ਜੀ ਦੇ ਘਰ ਵਿੱਚ, 25 ਦਿਨ ਪਹਿਲਾਂ ਤੇ 5 ਦਿਨ ਫੇਰ। ਇਹ ਇਤਿਹਾਸ ਵਿੱਚ ਜ਼ਿਕਰ ਆਇਆ। ਨਾਮ ਜਪਿਆ ਤਾਂ ਦਰਸ਼ਨ ਹੋਏ। ਨਾਮ ਜਪਿਆ ਰਾਜੇ ਸ਼ਿਵਨਾਭ ਨੇ, ਜਦੋਂ ਮਨਸੁਖ ਸ਼ਾਹੂਕਾਰ ਦਾ ਸੰਗ ਹੋਇਆ ਸੀ, ਉਹਨੇ ਕਿਹਾ ਮੈਨੂੰ ਵੀ ਆਪਣੇ ਗੁਰੂ ਦੇ ਦਰਸ਼ਨ ਕਰਾ। ਤੇ ਰਾਜੇ ਸ਼ਿਵਨਾਭ, ਵਾਹਿਗੁਰੂ ਸ਼ਾਹੂਕਾਰ ਸ਼ਿਵਨਾਭ ਨੇ, ਉਸ ਵੇਲੇ ਰਾਜਾ ਸੀ ਸ਼ਿਵਨਾਭ ਤੇ ਸ਼ਾਹੂਕਾਰ ਹੈ ਮਨਸੁਖ। ਮਨਸੁਖ ਨੇ ਆਖਿਆ ਵੀ ਰਾਜਾ ਤੂੰ ਸਤਿਗੁਰਾਂ ਦਾ ਨਾਮ ਜਪ ਪ੍ਰੇਮ ਦੇ ਨਾਲ, ਤੇ ਗੁਰੂ ਸਾਹਿਬ ਇੱਥੇ ਆ ਕੇ ਦਰਸ਼ਨ ਦੇਣਗੇ ਸੰਗਲਾਦੀਪ ਦੇ ਵਿੱਚ। ਉਹ ਫਿਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪ੍ਰੇਮ ਨਾਲ ਗੁਰੂ ਸਾਹਿਬ ਦਾ ਨਾਮ ਜਪੀ ਜਾਂਦਾ। ਤੇ ਗੁਰੂ ਸਾਹਿਬ ਜੀ ਇੱਥੋਂ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਮਹਾਰਾਜ ਸਾਹਿਬ ਨੇ ਜਦੋਂ ਉਦਾਸੀਆਂ ਕੀਤੀਆਂ ਤੇ ਫਿਰ ਰਾਜੇ ਸ਼ਿਵਨਾਭ ਨੂੰ ਜਾ ਕੇ ਵੀ ਦਰਸ਼ਨ ਦਿੱਤੇ ਸੀ, ਉਹਦੀਆਂ ਭਾਵਨਾ ਪੂਰੀਆਂ ਕੀਤੀਆਂ। ਇਸ ਕਰਕੇ ਕਹਿੰਦੇ ਵੀ ਭਗਤਾਂ ਨੇ ਇਹ ਗੱਲ ਨੂੰ ਜਾਣਿਆ ਵੀ ਸਰਗੁਣ ਸਰੂਪ ਦੇ ਦਰਸ਼ਨ ਵੀ ਨਾਮ ਦੇ ਨਾਲ ਹੀ ਹੁੰਦੇ ਹਨ। ਪੜ੍ਹ ਦੋ ਸਾਰਾ ਹੀ ਫਿਰ। ਕਹਿੰਦੇ ਇਸ ਕਰਕੇ ਭਗਤ ਦਿਨੇ ਰਾਤ ਹਿਰਦੇ ਵਿੱਚ ਧਾਰਨ ਕਰਕੇ ਤਿਆਗਦੇ ਨਹੀਂ, ਰਸਨਾ ਤੋਂ ਵੀ ਜਪਦੇ ਆ, ਹਿਰਦੇ ਵਿੱਚ ਵੀ ਨਾਮ ਨੂੰ ਵਸਾਇਆ ਹੋਇਆ। ਜਿਵੇਂ ਮਾਲਾ ਗਲ ਵਿੱਚ ਪਾਈ ਹੁੰਦੀ ਹੈ, ਜਿਵੇਂ ਮਾਲਾ ਗਲ 'ਚ ਪਾਈ ਨਾ, ਇਸ ਤਰ੍ਹਾਂ ਮਾਲਾ ਦੀ ਤਰ੍ਹਾਂ ਉਹਨਾਂ ਨੇ ਕਹਿੰਦੇ ਵੀ ਆਪਣੀ ਰਸਨਾ ਤੇ ਆਪਣੇ ਹਿਰਦੇ ਵਿੱਚ ਨਾਮ ਨੂੰ ਧਾਰਨ ਕੀਤਾ ਹੋਇਆ ਹੈ। ਨਾਮ ਦੀ ਹੀ ਮਹਿਮਾ ਕਥਨ ਕਰਦੇ। ਕਹਿੰਦੇ ਭਾਈ ਸਾਰੇ ਯੁੱਗਾਂ ਵਿੱਚ ਨਾਮ ਦੀ ਹੀ ਮਹਿਮਾ ਏਡੀ ਵੱਡੀ ਹੈ। ਹੁਣ ਇੰਨੀ ਮਿਹਨਤ ਕੀਤੀ, ਵੇਖੋ ਇੰਨਾ ਸਾਧ ਸੰਗਤ ਜੀ ਸਾਨੂੰ ਉਪਦੇਸ਼ ਦਿੱਤਾ ਭਾਈ ਸੰਤੋਖ ਸਿੰਘ ਜੀ ਨੇ ਕਥਾ ਦੇ ਆਰੰਭ ਦੇ ਵਿੱਚ ਹੀ ਵੀ ਨਾਮ ਦੀ ਇੰਨੀ ਵੱਡੀ ਮਹਿਮਾ ਹੈ। ਫਿਰ ਸਾਨੂੰ ਇਹ ਉਪਦੇਸ਼ ਸੁਣ ਕਰਕੇ ਜਪਣਾ ਵੀ ਸ਼ੁਰੂ ਕਰਨਾ ਚਾਹੀਦਾ ਹੈ ਨਾ, ਵੀ ਰੋਜ਼ ਥੋੜਾ ਸਮਾਂ ਜਿੰਨਾ ਵੀ ਗੁਰੂ ਸਾਹਿਬ ਜੀ ਉਦਮ ਬਲ ਬਖਸ਼ਣ, ਮੂਲ ਮੰਤਰ ਜਪਿਆ ਕਰੀਏ, ਗੁਰ ਮੰਤਰ ਜਪਿਆ ਕਰੀਏ, ਕੁਝ ਸਮਾਂ ਲਾਇਆ ਕਰੀਏ। ਇਸ ਕਰਕੇ ਕਹਿੰਦੇ ਭਾਈ ਨਿਜ ਤੇ ਅਦਕ ਹੇਤ ਸ੍ਰੀ ਰਾਮੋ, ਜੋ ਸ੍ਰੀ ਰਾਮਚੰਦਰ ਜੀ ਤ੍ਰੇਤੇ ਯੁੱਗ ਦੇ ਅਵਤਾਰ ਹੋਏ, ਉਹਨਾਂ ਨੇ ਵੀ ਆਪਣੇ ਸਰੀਰ ਦੇ ਨਾਲੋਂ, ਆਪਣੇ ਨਿਜ ਦੇ ਨਾਲੋਂ ਨਾਮ ਨੂੰ ਹੀ ਵੱਡਾ ਦੱਸਿਆ ਹੈ। ਕਹਿੰਦੇ ਜੱਗ ਨੂੰ ਇਹ ਵਿਖਾ ਦਿੱਤਾ ਪੱਥਰਾਂ ਦੇ ਉੱਤੇ ਪਰਮੇਸ਼ਰ ਦਾ ਨਾਮ ਲਿਖ ਕਰਕੇ। ਰਾਮ, ਭਾਵੇਂ ਉਹਨਾਂ ਦਾ ਨਾਮ ਵੀ ਰਾਮ ਸੀ, ਪਰ ਰਾਮ ਉਹਨਾਂ ਦੇ ਪਿਤਾ ਜੀ ਰਾਜੇ ਦਸ਼ਰਥ ਨੇ ਤਾਂ ਰੱਖਿਆ ਸੀ ਨਾਮ, ਜਿਸ ਵੇਲੇ ਰਾਜੇ ਦਸ਼ਰਥ ਤੋਂ ਸਰਵਣ ਮਰ ਗਿਆ ਸੀ ਨਾ ਤੀਰ ਦੇ ਨਾਲ। ਸਰਵਣ ਪੁੱਤ ਜਿਸ ਨੇ ਆਪਣੇ ਮਾਤਾ ਪਿਤਾ ਦੀ ਬੜੀ ਸੇਵਾ ਕੀਤੀ, ਮਾਤਾ ਪਿਤਾ ਦਾ ਤੇ ਪਰਮੇਸ਼ਰ ਦਾ ਭਗਤ, ਮਾਤਾ ਪਿਤਾ ਦਾ ਵੀ ਭਗਤ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਕਹਿ ਦਿੱਤਾ ਵੀ ਪੁੱਤਰ ਤਾਂ ਬਥੇਰੇ ਆ, ਪਰ ਸਰਵਣ ਵਰਗਾ ਕੋਈ ਵਿਰਲਾ ਹੀ ਹੁੰਦਾ ਵਾ। ਉਹ ਅਚਨਚੇਤ ਐਸਾ ਭਾਣਾ ਵਰਤਿਆ ਕਿ ਜਿਸ ਵੇਲੇ ਉਹ ਜਲ ਲੈਣ ਵਾਸਤੇ ਗਏ ਸੀ, ਘੜੇ 'ਚ ਜਲ ਭਰਦੇ ਸੀ, ਤੇ ਉਸ ਮੌਕੇ ਦੇ ਉੱਤੇ ਖਿਆਲ ਕੀਤਾ ਵੀ ਕੋਈ ਹਿਰਨਾਦਕ ਪਾਣੀ ਪੀ ਲਿਆ, ਆਵਾਜ਼ ਆ ਰਹੀ ਹੈ। ਘੜੇ 'ਚ ਜਦੋਂ ਪਾਣੀ ਪੈਂਦਾ ਸੀ ਉਹ ਆਵਾਜ਼ ਆਈ, ਤੇ ਉਸ ਵੇਲੇ ਉਹ ਉਧਰ ਨੂੰ ਤੀਰ ਚਲਾ ਦਿੱਤਾ ਤੇ ਸਰਵਣ ਦੇ ਵੱਜਾ, ਜਾ ਕੇ ਸਰਵਣ ਮਰ ਗਿਆ, ਹੱਤਿਆ ਹੋ ਗਈ। ਫਿਰ ਪਛਤਾਪ ਕੀਤਾ ਕਿ ਇਸ ਤਰ੍ਹਾਂ ਨਹੀਂ ਸੀ ਮੇਰੇ ਤੋਂ ਹੋਣਾ ਚਾਹੀਦਾ। ਹੁਣ ਪੁੱਤਰ ਦੇ ਵਿਛੋੜੇ ਵਿੱਚੋਂ ਮਾਤਾ ਪਿਤਾ ਵੀ ਦੋਵੇਂ, ਅੰਦਰਲੇ ਮਾਤਾ ਪਿਤਾ ਸਰਵਣ ਦੇ, ਉਹ ਵੀ ਸਰੀਰ ਤਿਆਗ ਗਏ। ਫਿਰ ਲਿਖਿਆ ਹੈ ਵੀ ਆਕਾਸ਼ਬਾਣੀ ਹੋਈ ਸੀ ਕਿ ਰਾਜਾ ਦਸ਼ਰਥ ਤੂੰ ਆਪਣੇ ਪੁੱਤਰ ਦਾ ਨਾਮ ਪਰਮੇਸ਼ਰ ਦੇ ਨਾਮ ਤੇ ਰੱਖੀ, ਤੇਰਾ ਪੁੱਤਰ ਅਵਤਾਰੀ ਮੌਕੇ ਦਾ ਅਵਤਾਰ ਸ੍ਰੀ ਵਿਸ਼ਨੂੰ ਦੇ ਅਵਤਾਰ ਹੋਏ ਆ, ਸ੍ਰੀ ਰਾਮਚੰਦਰ ਜੀ। ਉਹਨਾਂ ਦਾ ਨਾਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੇ ਤੂੰ ਰਾਮ ਰੱਖੀ। ਰਾਮ ਨਾਲੇ ਪੁੱਤਰ ਦਾ ਨਾਮ ਲਵੇਂਗਾ, ਨਾਲੇ ਪਰਮੇਸ਼ਰ ਦਾ ਨਾਮ ਜਪੇਂਗਾ। ਉਹ ਵੀ ਅਵਤਾਰ ਸਨ, ਤੇ ਅਵਤਾਰ ਆਮ ਸਧਾਰਨ ਮਨੁੱਖ ਨਾਲੋਂ ਬਹੁਤ ਉੱਚਾ ਹੁੰਦਾ ਹੈ। ਅਵਤਾਰ ਕੋਈ ਛੋਟੀ ਹਸਤੀ ਨਹੀਂ ਹੁੰਦੀ ਕਿ ਕਹਿ ਦਈਏ ਵੀ ਉਸ ਤਰ੍ਹਾਂ ਹੀ ਜੀ।
ਉਹ ਤ੍ਰੇਤੇ ਯੁੱਗ ਦੇ ਅਵਤਾਰ ਉਹਨਾਂ ਨੂੰ ਭੇਜਿਆ ਪਰਮੇਸ਼ਰ ਅਕਾਲ ਪੁਰਖ ਨੇ। ਜਿਵੇਂ ਦੁਆਪਰ ਯੁੱਗ ਦੇ ਵਿੱਚ ਅਵਤਾਰ ਸ੍ਰੀ ਕ੍ਰਿਸ਼ਨ ਜੀ ਆਏ, ਇਸੇ ਤਰ੍ਹਾਂ ਤ੍ਰੇਤੇ ਯੁੱਗ ਦੇ ਵਿੱਚ ਸ੍ਰੀ ਰਾਮ ਜੀ ਆਏ ਅਵਤਾਰ। ਪਰ ਕਹਿੰਦੇ ਵੀ ਉਹ ਭਾਵੇਂ ਆਪ ਉਸ ਮੌਕੇ ਤੇ ਅਵਤਾਰ ਸੀ, ਪਰ ਉਹਨਾਂ ਨੇ ਆਪਣੇ ਨਾਲੋਂ ਪਰਮੇਸ਼ਰ ਦੇ ਨਾਮ ਨੂੰ ਵੱਡਾ ਜਣਾਇਆ। ਜਦੋਂ ਪੱਥਰ ਤਾਰੇ, ਪੁਲ ਬੰਨਿਆ ਲੰਕਾ ਜਾਣ ਵਾਸਤੇ, ਤੇ ਉਸ ਮੌਕੇ ਦੇ ਉੱਤੇ ਲੰਮਾ ਚੌੜਾ ਇਤਿਹਾਸ ਤੇ ਹੈ, ਉਹਨਾਂ ਦੇ ਗੁਰੂ ਵਸ਼ਿਸ਼ਟ ਜੀ ਨੇ ਦੱਸਿਆ ਸੀ ਵੀ ਤੇਰੀ ਫੌਜ ਦੇ ਵਿੱਚ ਨੀਲ ਤੇ ਨਲ 2 ਸਿਪਾਹੀ ਆ, ਜਿਨ੍ਹਾਂ ਨੂੰ ਮਹਾਤਮਾ ਦਾ ਸਰਾਪ ਹੋਇਆ ਵੀ ਤੁਹਾਡੇ ਹੱਥ ਦੇ ਜਿਹੜੇ ਪੱਥਰ ਸੁੱਟੇ ਉਹ ਵੀ ਪਾਣੀ 'ਚ ਨਹੀਂ ਡੁੱਬਣਗੇ। ਉਹਨਾਂ ਨੂੰ ਤੇ ਸਰਾਪ ਆ, ਤੁਹਾਡੇ ਵਾਸਤੇ ਵਰ ਬਣ ਜਾਵੇਗਾ ਵੀ ਉਹਨਾਂ ਦੇ ਹੱਥ ਲਵਾ ਕੇ ਪੱਥਰ ਵਿੱਚ ਸੁੱਟੋ। ਤੇ ਇੱਕ ਪੱਥਰ ਤੇ ਫਿਰ ਲਿਖਿਆ ਸੀ ਰਾਰੇ ਨੂੰ ਕੰਨਾ ਰਾ, ਤੇ ਦੂਜੇ ਪੱਥਰ ਤੇ ਲਿਖਿਆ ਸੀ ਮੰਮਾ ਅੱਖਰ, ਪਰਮੇਸ਼ਰ ਦਾ ਨਾਮ। ਕਹਿੰਦੇ ਵੀ ਉਸ ਮੌਕੇ ਦੇ ਉੱਤੇ ਜਗ੍ਹਾ ਲਿਖਾਇਓ ਲਿਖ ਕਰ ਨਾਮੋ, ਸੰਸਾਰ ਨੂੰ ਨਾਮ ਦੀ ਮਹਿਮਾ ਹੀ ਜਣਾਈ ਸੀ ਵੀ ਮੇਰੇ ਸਰੀਰ ਦੇ ਨਾਲੋਂ ਨਾਮ ਵੱਡਾ ਹੈ। ਸਰੋਵਰ ਨਹੀਂ, ਸਰਵਰ ਪਰ, ਸਰਵਰ ਪਰ ਗਿਰਵਰ ਧਰ ਭਾਰੇ। ਸਰਵਰ ਕਹੀਏ ਸਮੁੰਦਰ ਦੇ ਉੱਤੇ, ਗਿਰਵਰ ਕਹੀਏ ਵੱਡੇ ਵੱਡੇ ਪੱਥਰ, ਵੱਡੇ ਵੱਡੇ ਪਹਾੜ, ਭਾਰੇ ਭਾਰੇ ਜਿਹੜੇ ਉਹ ਰੱਖ ਕਰਕੇ। ਤਰਵਰ ਕਹਿੰਦੇ ਦਰਖਤ ਨੂੰ, ਪਾਤਨ ਕਹਿੰਦੇ ਪੱਤਿਆਂ ਨੂੰ। ਕਹਿੰਦੇ ਦਰਖਤਾਂ ਦੇ ਪੱਤਿਆਂ ਦੀ ਤਰ੍ਹਾਂ ਤਾਰ ਦਿੱਤੇ। ਜਿਵੇਂ ਦਰਖਤਾਂ ਦੇ ਪੱਤੇ ਪਾਣੀ ਤੇ ਤਰਦੇ ਆ ਨਾ, ਇਸ ਤਰ੍ਹਾਂ ਪੱਥਰ ਜਿਹੜੇ ਆ ਉਹ ਸਮੁੰਦਰ ਦੇ ਉੱਤੇ ਤਾਰ ਦਿੱਤੇ ਨਾਮ ਦੀ ਬਰਕਤ ਨਾਲ। ਇੱਕ ਤੇ ਰਾਰੇ ਨੂੰ ਕੰਨਾ ਲਿਖਿਆ, ਦੂਜੇ ਤੇ ਮੰਮਾ ਲਿਖਿਆ, ਕਿਉਂਕਿ ਪਰਮੇਸ਼ਰ ਦੇ ਸਾਰੇ ਨਾਮ ਹੀ ਸ਼ਕਤੀਸ਼ਾਲੀ ਆ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰਾਮ ਵੀ ਨਾਮ ਆਇਆ ਪਰਮੇਸ਼ਰ ਦਾ। ਭਗਤ ਕਬੀਰ ਸਾਹਿਬ ਜੀ ਵੀ ਕਹਿੰਦੇ ਨਾ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਰਾਮ ਨਾਮ ਸਿਮਰਨ ਬਿਨ ਬੂੜ ਤੇ ਅਧਿਕ ਆਈ। ਭਗਤ ਪ੍ਰਹਿਲਾਦ ਦਾ ਜ਼ਿਕਰ ਆਇਆ ਤੇ ਉਹ ਵੀ ਰਾਮ ਜਪਦੇ ਸਨ। ਉਹ ਸਤਯੁਗ ਵਿੱਚ ਹੋਏ, ਜਿਸ ਵੇਲੇ ਸ੍ਰੀ ਰਾਮਚੰਦਰ ਜੀ ਤਾਂ ਤ੍ਰੇਤੇ ਦੇ ਵਿੱਚ ਪ੍ਰਗਟ ਹੋਏ ਨਾ, ਉਹਨਾਂ ਦੇ ਪ੍ਰਗਟ ਹੋਣ ਤੋਂ ਪਹਿਲਾਂ ਵੀ ਭਗਤ ਪ੍ਰਹਿਲਾਦ ਰਾਮ ਜਪਦਾ। ਕਿਉਂਕਿ ਅੱਜ ਕੱਲ੍ਹ ਸ਼ੰਕੇ ਦੀ ਦੁਨੀਆ ਹੈ। ਕਈਆਂ ਲੋਕਾਂ ਨੇ, ਜਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆ ਅਮਰੀਕਾ ਦੇ ਵਿੱਚ ਅਦਲਾ ਬਦਲੀ ਕਰ ਦਿੱਤੀ ਨਾ ਮਨਮੁਖ ਸਾਖਤ ਲੋਕਾਂ ਨੇ। ਇਸੇ ਤਰ੍ਹਾਂ ਕਈਆਂ ਨੇ ਆਪਣੀਆਂ ਤਰਕਾਂ ਇਹ ਵੀ ਕੀਤੀਆਂ, ਕਹਿੰਦੇ ਅਸੀਂ ਤੇ ਗੁਰੂ ਕੇ ਸਿੰਘ ਆ, ਅਸੀਂ ਰਾਮ ਥੋੜਾ ਜਪਣਾ। ਉਹ ਪਤਾ ਨਹੀਂ ਕਿਹੋ ਜਿਹੇ ਸਿੰਘ ਆ। ਉਹ ਕਹਿੰਦੇ ਜਿੰਨੀ ਵਾਰੀ ਰਾਮ ਲਿਖਿਆ ਨਾ ਗੁਰੂ ਗ੍ਰੰਥ ਸਾਹਿਬ ਚੋਂ ਕੱਢ ਦੇਣਾ, ਤੇ ਉਨੀ ਵਾਰੀ ਉਹਨਾਂ ਦੇ ਥਾਂ ਤੇ ਵਾਹਿਗੁਰੂ ਲਿਖ ਦੇਣਾ। ਕਹਿੰਦੇ ਜਿੰਨੀ ਵਾਰੀ ਹਰੀ ਹਰੀ ਆਇਆ ਨਾ, ਹਰ ਆਇਆ ਸ਼ਬਦ ਗੁਰੂ ਗ੍ਰੰਥ ਸਾਹਿਬ ਚੋਂ ਵੀ ਕੱਢ ਦੇਣਾ, ਰਾਮ ਵੀ ਵਿੱਚੋਂ ਕੱਢ ਦੇਣਾ, ਵਾਸਦੇਵ ਵੀ ਅੱਖਰ ਕੱਢ ਦੇਣਾ ਵਿੱਚੋਂ, ਤੇ ਗੋਪਾਲ ਵੀ। ਕਹਿੰਦੇ ਵੀ ਇਹ ਤਾਂ ਸਨਾਤਨ ਮਤ ਦੇ ਨਾਲ ਸੰਬੰਧ ਰੱਖਦੇ ਜੀ। ਪਰ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਾਣੀ ਲਿਖਾਈ ਹੈ, ਦਸਮ ਪਾਤਸ਼ਾਹ ਨੇ ਬਾਣੀ ਕੰਠੋਂ ਉਚਾਰਨ ਕਰਕੇ ਲਿਖਾਈ ਹੈ। ਤੇ ਐਸੇ ਸਾਖਤ ਲੋਕ ਇਸ ਤਰ੍ਹਾਂ ਵੀ ਕਰਦੇ ਆ। ਪਰ ਸਾਰੇ ਸਮਿਆਂ ਵਿੱਚ ਨਾਮ ਦੀ ਹੀ ਮਹਿਮਾ ਹੈ। ਕਹਿੰਦੇ ਵੀ ਆਪਣੇ ਤੋਂ ਵੱਡਾ ਨਾਮ ਨੂੰ ਜਨਾਇਆ ਉਸ ਵੇਲੇ। ਸਰਵਰ ਪਰ ਗਿਰਵਰ ਧਰ ਭਾਰੇ, ਤਰਵਰ ਕੇ ਪਾਤਨ ਸਮ ਤਾਰੇ। ਦਰਖਤ ਦੇ ਪੱਤਿਆਂ ਦੀ ਤਰ੍ਹਾਂ ਕਹਿੰਦੇ ਉਸ ਵੇਲੇ ਪੱਥਰ ਤਾਰ ਦਿੱਤੇ। ਸਰਵਰ ਪਰ ਗਿਰਵਰ ਤਰੇ, ਤਰਵਰ ਕੇ ਪਾਤ, ਐਸਾ ਵੀ ਜ਼ਿਕਰ ਆਉਂਦਾ ਹੈ। ਦਰਖਤਾਂ ਦੀ ਪੱਤਿਆਂ ਦੀ ਤਰ੍ਹਾਂ ਤਾਰ ਦਿੱਤੇ ਉਹਨਾਂ ਨੇ। ਜੇ ਕੋਈ ਸ਼ੰਕਾ ਕਰੇ ਇਹ ਜੀ ਤੁਸੀਂ ਤਾਂ ਤ੍ਰੇਤੇ ਯੁੱਗ ਦੇ ਅਵਤਾਰ ਦੀ ਮਹਿਮਾ ਕਰੀ ਜਾਂਦੇ ਜੇ, ਨਾਮ ਦੀ ਮਹਿਮਾ ਹੈ, ਅਵਤਾਰਾਂ ਨੇ ਵੀ ਨਾਮ ਦੀ ਮਹਿਮਾ ਕੀਤੀ। ਤੇ ਇਹ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਵੀ ਲਿਖਿਆ, ਜਿਹੜਾ ਭਾਈ ਸੰਤੋਖ ਸਿੰਘ ਜੀ ਨੇ ਇੱਥੇ ਲਿਖਿਆ ਨਾ। ਸਿੱਧ ਗੋਸ਼ਟ ਬਾਣੀ ਦੀ ਅੰਮ੍ਰਿਤ ਵੇਲੇ ਕਥਾ ਚੱਲ ਰਹੀ ਹੈ ਲੜੀਵਾਰ ਰੂਪ ਦੇ ਵਿੱਚ, ਤੇ ਉਹਦੇ ਵਿੱਚ ਜਗਤ ਗੁਰੂ ਜੀ ਦਾ ਬਚਨ ਹੈ, ਗੁਰਮਤ ਸਾਇਰ ਪਾਹਣ ਤਾਰੇ। ਉਹਦਾ ਅਰਥ ਇਹੀ ਹੈ, ਗੁਰਮਤ ਨੂੰ ਧਾਰਨ ਵਾਲੇ। ਗੁਰੂ ਦੀ ਮੱਤ ਲਈ ਸ੍ਰੀ ਰਾਮ ਜੀ ਨੇ, ਉਹਨਾਂ ਨੇ ਕਹਿੰਦੇ ਸਮੁੰਦਰ ਦੇ ਉੱਤੇ ਪੱਥਰ ਵੀ ਤਾਰ ਦਿੱਤੇ। ਸਿੱਧ ਗੋਸ਼ਟ ਬਾਣੀ ਦੀ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ, ਗੁਰਮਤ ਸਾਇਰ ਪਾਹਣ ਤਾਰੇ, ਗੁਰਮਤ ਕ੍ਰਿਸ਼ਨ ਗੋਵਰਧਨ ਧਾਰੇ। ਤੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਨਾਮ ਦੀ ਮਹਿਮਾ ਹੈ। ਇਹਦਾ ਅਰਥ ਨਹੀਂ ਹੋਇਆ ਭਾਈ। ਫੇਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੰਜਵੇਂ ਪਾਤਸ਼ਾਹ ਮੁਕਤੀ ਦਾਤੇ ਸਤਿਗੁਰੂ ਜੀ ਨੇ, ਕਹਿੰਦੇ ਉਹਨਾਂ ਨੇ ਵੀ ਆਪਣੇ ਨਾਲੋਂ ਨਾਮ ਦੀ ਮਹਿਮਾ ਵੱਡੀ ਜਣਾਈ ਹੈ ਸੰਗਤਾਂ, ਆਪਣੇ ਨਾਲੋਂ।
ਪੋਥੀਆਂ ਸਾਹਿਬ ਦਾ ਇੰਨਾ ਸਤਿਕਾਰ ਕੀਤਾ, ਨੰਗੇ ਚਰਨੀ ਸ੍ਰੀ ਗੋਇੰਦਵਾਲ ਸਾਹਿਬ ਤੋਂ ਮਹਾਰਾਜ ਸਾਹਿਬ ਜੀ ਪੋਥੀਆਂ ਸਾਹਿਬ ਲੈ ਕਰਕੇ ਗਏ। ਸੰਗਤਾਂ ਨੇ ਵੀ ਜੋੜੇ ਨਹੀਂ ਪਾਏ, ਨੰਗੇ ਪੈਰ, ਨੰਗੇ ਚਰਨੀ। ਪਾਲਕੀ ਸਾਹਿਬ ਦੇ ਵਿੱਚ ਪੋਥੀਆਂ ਸਾਹਿਬ ਸੁਸ਼ੋਭਿਤ ਕਰਕੇ ਬਾਬਾ ਮੋਹਨ ਜੀ ਦੇ ਪਾਸੋਂ ਪ੍ਰਾਪਤ ਕੀਤੀਆਂ। ਚੁਬਾਰਾ ਸਾਹਿਬ ਅਸਥਾਨ ਸ੍ਰੀ ਗੋਇੰਦਵਾਲ ਸਾਹਿਬ ਤੋਂ। ਖਡੂਰ ਸਾਹਿਬ ਇੱਕ ਰਾਤ ਰਹੇ, ਬਾਬੇ ਦਾਤੂ ਜੀ ਨੇ ਸੇਵਾ ਕੀਤੀ, ਨਾਲੇ ਪਹਿਲੀਆਂ ਭੁੱਲਾਂ ਬਖਸ਼ਾਈਆਂ। ਫਿਰ ਅਗਲੇ ਦਿਨ ਮਹਾਰਾਜ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਗਏ। ਜੋ ਦੁੱਖ ਭੰਜਣੀ ਬੇਰੀ ਦੇ ਪਾਸ ਥੜਾ ਹੈ, ਉਸ ਥੜੇ ਦੇ ਉੱਤੇ ਪਾਲਕੀ ਸਾਹਿਬ ਸ੍ਰੀ ਪੋਥੀਆਂ ਸਾਹਿਬ ਵਾਲੀ ਸੁਭਾਇਮਾਨ ਕੀਤੀ। ਕਹਿ ਦਿੱਤਾ ਕਿ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਪੋਥੀਆਂ ਸਾਹਿਬ ਉੱਤੇ, ਪਾਲਕੀ ਸਾਹਿਬ ਉੱਤੇ ਸਾਰੀ ਰਾਤ ਲਗਾਤਾਰ ਚੌਰ ਕਰਨਾ ਹੈ। ਸਾਰੀ ਰਾਤ ਚੌਰ ਸਾਹਿਬ ਹੋਇਆ। ਆਪ ਸੰਗਤ ਵਿੱਚ ਬਹਿ ਕੇ ਸਾਰੀ ਰਾਤ ਕੀਰਤਨ ਕੀਤਾ। ਉਸ ਥੜੇ ਦੇ ਉੱਤੇ, ਉਸ ਥੜੇ ਦਾ ਨਾਮ ਰੱਖਿਆ 68 ਘਾਟ। 68 ਘਾਟ, ਜੋ ਜਿੱਥੇ ਹੁਣ ਸੰਗਮਰਮਰ ਦੀ ਪੱਥਰ ਦੀ ਪਾਲਕੀ ਸਾਹਿਬ ਵੀ ਬਣਾਈ ਹੋਈ ਉਸ ਥੜੇ ਦੇ ਉੱਤੇ, ਉਹ ਇਸੇ ਯਾਦ ਵਿੱਚ ਬਣਾਈ ਵੀ ਇੱਥੇ ਪੰਜਵੇਂ ਪਾਤਸ਼ਾਹ ਨੇ ਪੋਥੀਆਂ ਸਾਹਿਬ ਵਾਲੀ ਪਾਲਕੀ ਸਾਹਿਬ ਲਿਆ ਕੇ ਰੱਖੀ ਸੀ। ਫਿਰ ਉੱਥੇ ਹੀ ਸ਼ਬਦ ਉਚਾਰਨ ਕੀਤਾ ਸੀ, ਪੋਥੀ ਪਰਮੇਸ਼ਰ ਕਾ ਥਾਨ। ਇਹ ਪੋਥੀ ਗੁਰਬਾਣੀ ਦੀ, ਇਹ ਪਰਮੇਸ਼ਰ ਦੇ ਥਾਂ ਹੈ। ਪਰਮੇਸ਼ਰ ਵਿੱਚ ਤੇ ਪੋਥੀ ਸਾਹਿਬ ਵਿੱਚ ਫਰਕ ਕੋਈ ਨਹੀਂ ਗੁਰਸਿੱਖੋ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵਡੇ ਅਵਰ ਨਾ ਕੋਏ। ਵਾਹੋ ਵਾਹੋ ਅਗਮੇ ਅਥਾਹੋ ਹੈ, ਵਾਹੋ ਵਾਹੋ ਸੱਚਾ ਸੋਏ। ਕਿਉਂਕਿ ਪੋਥੀ ਸਾਹਿਬ ਵਿੱਚ ਨਾਮ ਹੈ, ਪੋਥੀ ਸਾਹਿਬ ਵਿੱਚ ਬਾਣੀ ਹੈ। ਬਾਣੀ ਤੇ ਨਾਮ ਇੱਕ ਰੂਪ ਹੈ। ਕਹਿੰਦੇ ਹਨ ਕਿ ਆਪਣੇ ਤੋਂ ਸਤਿਗੁਰੂ ਸਾਹਿਬ ਜੀ ਨੇ ਵੱਡੀ ਮਹਿਮਾ ਨਾਮ ਦੀ ਲਿਖਾਈ ਹੈ, ਜਣਾਈ ਹੈ। ਕਹਿੰਦੇ ਸ੍ਰੀ ਗ੍ਰੰਥ ਸਾਹਿਬ ਦੇ ਵਿੱਚ, ਕਿਉਂਕਿ ਭਾਈ ਸਾਹਿਬ ਜੀ ਪਹਿਲਾਂ ਉਦੋਂ ਵਾਲਾ ਹੀ ਲਿਖ ਰਹੇ ਨਾਮ। ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਸੀ ਸ੍ਰੀ ਗ੍ਰੰਥ ਸਾਹਿਬ। ਗੁਰੂ ਨਾਮ ਅੱਖਰ ਨਹੀਂ ਸੀ ਲਾਇਆ ਜਾਂਦਾ। ਜਾਂ ਦੂਸਰਾ ਨਾਮ ਸੀਗਾ ਸ੍ਰੀ ਪੋਥੀ ਸਾਹਿਬ। ਇਹ ਦੋਵੇਂ ਨਾਂ ਸੀ, ਸ੍ਰੀ ਪੋਥੀ ਸਾਹਿਬ ਤੇ ਸ੍ਰੀ ਗ੍ਰੰਥ ਸਾਹਿਬ। ਕਹਿੰਦੇ ਵੀ ਇਸ ਤਰ੍ਹਾਂ ਆਪਣੇ ਤੋਂ ਵੱਡਾ ਨਾਮ ਨੂੰ ਜਣਾਇਆ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨਾਮ ਦਾ ਹੀ ਜਸ ਲਿਖਿਆ, ਨਾਮ ਦੀ ਮਹਿਮਾ ਲਿਖਾ ਕਰਕੇ। ਤੇਹ ਤੇ ਅਦੋ ਭਏ ਸੁਖ ਧਾਮੋ। ਸੁੱਖਾਂ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਪ ਨੀਵੇਂ ਬਰਾਜੇ। ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਤੇ ਆਪ ਚੌਰ ਕਰ ਰਹੇ ਆ। ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਕਾਸ਼ ਦੀ ਸੇਵਾ ਕੀਤੀ। ਫਿਰ ਜਿੱਥੇ ਸੰਗਤ ਬੈਠੀ ਹੈ, ਉੱਥੇ ਸੰਗਤ ਦੇ ਵਿੱਚ ਮੰਦਰ ਭਾਗ ਜੁਗਤ ਸਿਵ ਰਹਿਤਾ। ਭੱਟ ਸਾਹਿਬਾਨਾਂ ਨੇ ਇਹ ਪੰਕਤੀ ਉਚਾਰਨ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਭਾਗ ਹਿੱਸੇ ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿੱਥੇ ਸੰਗਤਾਂ ਚੌਕੜਾ ਲਾ ਕੇ ਬੈਠੀਆਂ, ਉੱਥੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਚੌਕੜਾ ਲਾ ਕੇ ਬੈਠੇ ਆ। ਜਿੱਥੇ ਸ੍ਰੀ ਪੋਥੀ ਸਾਹਿਬ ਤੇ ਆਪ ਪੰਜਵੇਂ ਪਾਤਸ਼ਾਹ ਚੌਰ ਕਰ ਰਹੇ ਆ, ਉੱਥੇ ਸਾਹਮਣੇ ਹੱਥ ਜੋੜ ਕਰਕੇ ਨਮਸਕਾਰ ਵੀ ਕਰ ਰਹੇ, ਮੱਥਾ ਵੀ ਟੇਕ ਰਹੇ ਆ ਸ੍ਰੀ ਪੋਥੀ ਸਾਹਿਬ ਨੂੰ ਪੰਜਵੇਂ ਪਾਤਸ਼ਾਹ। ਫਿਰ ਰਾਤ ਨੂੰ ਸੁੱਖ ਆਸਣ ਹੋਇਆ ਤੇ ਪੁੱਛਿਆ ਸਿੱਖਾਂ ਨੇ, ਤੇ ਮਹਾਰਾਜ ਕਹਿਣ ਲੱਗੇ ਕੋਠਾ ਸਾਹਿਬ ਵਿੱਚ ਜੋ ਪਲੰਘਾ ਹੈ ਨਾ ਸਾਡਾ, ਉੱਥੇ ਸਾਡਾ ਆਸਣ ਚੁੱਕ ਦਿਓ। ਸਾਡਾ ਜੇ ਬਿਸਤਰਾ ਉਹ ਚੁੱਕ ਕੇ ਨਵੀਂ ਵਿਛਾਈ ਕਰਕੇ ਉੱਥੇ ਸ੍ਰੀ ਪੋਥੀ ਸਾਹਿਬ ਦਾ ਸੁੱਖ ਆਸਣ ਕਰੋ। ਮਹਾਰਾਜ ਆਪ ਜੀ ਵਾਸਤੇ ਘੋਰ ਪਲੰਘਾ ਲਾ ਦਈਏ ਨਾਲ ਬਰਾਬਰ ਤੇ। ਕਹਿੰਦੇ ਨਹੀਂ, ਅਸੀਂ ਬਰਾਬਰ ਨਹੀਂ ਬੈਠਾਂਗੇ। ਆ ਹੋਣੀ ਆ ਸਾਧ ਸੰਗਤ ਜੀ, ਮਨਮੱਤਾਂ ਚੱਲ ਪਈਆਂ, ਗੁਰਦੁਆਰੇ ਸਾਹਿਬਾਂ 'ਚ ਕੁਰਸੀਆਂ ਲੱਗ ਗਈਆਂ। ਕਹਿੰਦੇ ਵੀ ਕਿਸੇ ਦਾ ਲੱਕ ਦੁਖਦਾ ਜੀ, ਕਿਸੇ ਦੀ ਲੱਤ ਦੁਖਦੀ ਜੀ, ਬੈਠਾ ਨਹੀਂ ਜਾਂਦਾ। ਪਰ ਇੱਥੇ ਗੁਰੂ ਕੀ ਕਿਰਪਾ ਵੇਖੋ, ਬਜ਼ੁਰਗ ਵੀ ਹਰ ਰੋਜ਼ ਤੇ ਲਗਾਤਾਰ ਚੌਂਕੜੀ ਮਾਰ ਕੇ ਬੈਠਦੇ ਆ ਗੁਰੂ ਕੇ ਦਰਬਾਰ ਵਿੱਚ। ਪਰ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਨਾ ਉੱਥੇ ਕੁਰਸੀਆਂ ਲਾ ਦਿੱਤੀਆਂ, ਉੱਥੇ ਕੁਰਸੀਆਂ ਤੇ ਹੀ ਬਹਿੰਦੇ। ਪਿੰਡਾਂ ਵਿੱਚ ਕੋਈ ਬਜ਼ੁਰਗ ਨਹੀਂ ਬਹਿੰਦਾ। ਪਿੰਡਾਂ ਵਾਲਿਆਂ ਦੇ ਗੋਡੇ ਨਹੀਂ ਦੁਖਦੇ ਕਿਤੇ, ਕਿ ਜਾਂ ਪਿੰਡਾਂ ਵਾਲਿਆਂ ਦਾ ਲੱਕ ਨਹੀਂ ਦੁਖਦਾ। ਪਿੰਡਾਂ ਵਾਲਿਆਂ 'ਚ ਭਾਵਨਾ ਵਾ, ਸ਼ਹਿਰਾਂ ਵਾਲੇ ਪੜ੍ਹ ਗਏ ਜ਼ਿਆਦੇ, ਇਸ ਕਰਕੇ ਉਹ ਪੜ੍ਹਾਈ ਜਿਹੜੀ ਉਹ ਸਿਰ ਨੂੰ ਚੜ੍ਹ ਗਈ ਆ। ਗੋਡੇ ਨਹੀਂ ਇੰਨੇ ਵੀ, ਗੋਡੇ ਘੱਟ ਹੀ ਦੁਖਦੇ ਆ, ਬਹਿ ਸਕਦਾ ਬੰਦਾ। ਜੇ ਦੁਖਦੇ ਵੀ ਹੋਣ ਤੇ ਦਰਬਾਰ ਤੋਂ ਬਾਰ-ਬਾਰ ਬਹਿ ਜੇ, ਇੱਕ ਪਾਸੇ ਜਾ ਕੇ ਨੀਵੇਂ ਥਾਂ ਤੇ ਕੁਰਸੀ ਤੇ, ਜ਼ਰੂਰ ਮਹਾਰਾਜ ਦੇ ਸਾਹਮਣੇ ਕੁਰਸੀ ਲਾ ਕੇ ਬੈਠਣਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਇਤਿਹਾਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਆ। ਸਿੱਖਾਂ ਨੇ ਆਖਿਆ ਮਹਾਰਾਜ ਬਰਾਬਰ ਪਲੰਘਾ ਲਾ ਦਈਏ। ਕਹਿੰਦੇ ਨਹੀਂ ਗੁਰਸਿੱਖੋ, ਅਸੀਂ ਪੋਥੀ ਸਾਹਿਬ ਦੇ ਬਰਾਬਰ ਨਹੀਂ, ਅਸੀਂ ਜ਼ਮੀਨ ਤੇ ਬਰਾਜਾਂਗੇ, ਜ਼ਮੀਨ ਤੇ ਸੌਵਾਂਗੇ। ਫਿਰ ਬੇੜ ਤੇ ਕੀਤੀ ਮਹਾਰਾਜ, ਥੱਲੇ ਚਾਦਰ ਤੇ ਵਿਛਾ ਲੈਣ ਦਿਓ।
फिर चिट्टी चादर विछाई गई। अज भी चिट्टी चादर उस पलंगे साहब के थले श्री अकाल तख्त साहब के अंदर, जो श्री कोठा साहब हुण आ गया है, श्री अकाल तख्त साहब की रचना बाद 6वें पातशाह ने की है, तो श्री कोठा साहब अंदर आया है। उत्थे सोखासन रोज हुंदा श्री गुरु ग्रंथ साहब महाराज का। उस पलंगे के थले उस यादगार वालों चिट्टी चादर विछाई जाती है। ये धन गुरु अर्जन साहब महाराज पलंगे के हेठां विराजदे रहे हैं। जे गुरता गद्दी दे मालक हो के महाराज हेठां विराजदे आ, बराबर पलंगे ते बह भी सकते सन, पर सानू दसन वास्ते भी गुरसिखो ये बाणी दे बराबर ना बैठे हो, नीवें हो के रहो। ये महाराज साहब जी ने इत्थे दस रहे हैं भी श्री सो ग्रंथ मह लिख जस नामो, नाम दा जस लिख करके तेह ते अदो भये सुख धामो। सुखां दे घर ते श्री गुरु अर्जन देव साहब जी पलंगे ते पोथी साहब का सोखासन करवा के, श्री गुरु ग्रंथ साहब जी का सोखासन करवा के आप थले विराजे। ये नाम की महिमा पंजवें पातशाह ने जनाई भी नाम वड्डा है, बाणी वड्डी है। फिर कहते वेखो सारे गुरु साहबा ने अपने शरीर करके हुंदियां, शरीर करके सलामत हुंदियां महाराज साहब जी ने नाम नूं ही वडियाई दिती है। जीवां नूं तारिया नाम च पा के तारिया। ते धन श्री गुरु गोबिंद सिंह महाराज जी ने अपने शरीर दे विच हुंदियां गरीब नवाज साहब ने सर्व कला समर्थ प्रभु जी ने नाम नूं वडियाई दिती। भाव श्री गुरु ग्रंथ साहब जी नूं गुरता गद्दी दिती है श्री गुरु गोबिंद सिंह महाराज ने। कहंदे होर कोई की तर्क कर सकदा है, जदों गुरु साहिबां ने नाम नूं इन्नी वडियाई दिती आ, बाणी नूं इन्नी वडियाई दिती आ, ते दूजा मनुख होर की तर्क कर सकदा है। पर भाई संतोख सिंह जी नूं ਇਹ ਤਾਂ ਨਹੀਂ ਵੀ ਉਹਨਾਂ ਨੂੰ ਪਤਾ ਨਹੀਂ, ਉਹਨਾਂ ਨੇ ਗੱਲ ਕਹੀ ਵੀ ਹੋਰ ਦੂਜਾ ਕੀ ਤਰਕ ਕਰ ਸਕਦਾ। ਪਰ ਜੇ ਹੁਣ ਦੇ ਸਮੇਂ ਵਿੱਚ ਹੁੰਦੇ ਤੇ ਉਹਨਾਂ ਨੂੰ ਪਤਾ ਲੱਗਣਾ ਵੀ ਤਰਕਾਂ ਕਰਨ ਵਾਲੇ ਬਥੇਰੇ ਉੱਠ ਪਏ। ਵੀ ਅੱਜ ਕੱਲ ਤਾਂ ਲੋਕ ਕਹਿੰਦੇ ਆ ਜਰੀਆ, ਕਹਿੰਦੇ ਵੀ ਗਿਆਨ ਲੈਣਾ ਗੁਰੂ ਗ੍ਰੰਥ ਸਾਹਿਬ ਤੋਂ, ਕਹਿੰਦੇ ਮੱਥਾ ਟੇਕਣ ਦੀ ਕੀ ਲੋੜ ਹੈ। ਇੱਥੋਂ ਤੀਕ ਮਨਮੁਖ ਲੋਕ ਵੱਧ ਗਏ, ਕਹਿੰਦੇ ਵੀ ਗਿਆਨ ਹੀ ਲੈਣਾ ਕੱਲਾ, ਕਹਿੰਦੇ ਜਰੀਆ ਵਾ ਕੱਲਾ, ਗਿਆਨ ਦਾ ਜਰੀਆ। ਉਹ ਗੱਲਾਂ ਤੇ ਕਹਿੰਦੇ ਕਹਿਣੀਆਂ ਫੱਬਦੀਆਂ ਵੀ ਨਹੀਂ ਸਾਧ ਸੰਗਤ ਜੀ, ਜੋ ਕੁਝ ਅੱਜ ਕੱਲ੍ਹ ਕਿਹਾ ਜਾ ਰਿਹਾ। ਕਹਿੰਦੇ ਹੋਰ ਕੌਣ ਕੋਈ ਤਰਕ ਕਰ ਸਕਦਾ ਜਦੋਂ ਆਪ ਗੁਰੂ ਸਾਹਿਬਾਂ ਨੇ ਇੰਨੀ ਵਡਿਆਈ ਬਾਣੀ ਨੂੰ ਦਿੱਤੀ, ਨਾਮ ਨੂੰ ਦਿੱਤੀ ਹੈ। ਗੁਣਾ ਦੇ ਘਰ ਸਤਿਗੁਰੂ ਜੀ ਨੇ, ਇਸ ਕਰਕੇ ਨਾਮ ਗੁਣਾ ਦਾ ਖਜ਼ਾਨਾ ਹੈ। ਫਿਰ ਕਹਿੰਦੇ ਹਨ ਕਿ ਜਿੱਥੇ ਨਿਰਗੁਣ ਸਰੂਪ ਤੋਂ ਨਾਮ ਵੱਡਾ ਹੈ, ਸਰਗੁਣ ਸਰੂਪ ਤੋਂ ਨਾਮ ਵੱਡਾ ਹੈ ਪਰਮੇਸ਼ਰ ਦੇ ਇਹਨਾਂ ਦੋਨਾਂ ਸਰੂਪਾਂ ਤੋਂ, ਕਿਉਂਕਿ ਨਾਮ ਕਰਕੇ ਹੀ ਨਿਰਗੁਣ ਪ੍ਰਗਟ ਹੁੰਦਾ ਹੈ, ਨਾਮ ਕਰਕੇ ਸਰਗੁਣ ਸਰੂਪ ਦੇ ਦਰਸ਼ਨ ਭਗਤਾਂ ਨੂੰ ਹੁੰਦੇ ਨਾਮ ਜਪ ਕੇ। ਫਿਰ ਨਿਰਗੁਣ ਸਰੂਪ ਦੇ ਵੀ ਅਨੇਕਾਂ ਨਾਮ ਆ ਤੇ ਸਰਗੁਣ ਸਰੂਪ ਦੇ ਵੀ ਅਨੇਕਾਂ ਨਾਮ, ਪਰਮੇਸ਼ਰ ਦੇ ਦੋਨਾਂ ਸਰੂਪਾਂ ਦੇ ਅਨੇਕਾਂ ਨਾਮ। ਹੁਣ ਜਾਪ ਸਾਹਿਬ ਜਦੋਂ ਆਪਾਂ ਪੜ੍ਹਦੇ ਹਾਂ, ਜਾਪ ਸਾਹਿਬ ਦੇ ਵਿੱਚ ਇੱਕ ਤਾਂ ਅੱਖਰ ਆਉਂਦਾ ਵਾ ਵਾਰ-ਵਾਰ ਨਮਸਕਾਰ, ਭਾਵੇਂ ਉਹ ਨਮੋ ਮਹਾਰਾਜ ਨੇ ਉਚਾਰਿਆ, ਭਾਵੇਂ ਨਮਸਤੰ ਜਾਂ ਨਮਸਤਵੰ ਜਾਂ ਨਮਸਤਸਤ, ਇਹ ਸਾਰੇ ਜਿਹੜੇ ਪਦ ਵਾ ਨਮਸਕਾਰ ਦੇ ਵਾਚਕ। ਤੇ ਜੋ ਅਗਲੇ ਪਾਸੇ ਜੋ ਅੱਖਰ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਉਹ ਪਰਮੇਸ਼ਰ ਦੇ ਨਾਮ ਆ। ਕਿੰਨੇ ਨਾਮ ਜਿਹੜੇ ਆ ਉਹ ਜਾਪ ਸਾਹਿਬ ਦੇ ਇੱਕੇ ਬਾਣੀ ਵਿੱਚ ਹੀ ਮਹਾਰਾਜ ਨੇ ਲੈ ਦਿੱਤੇ ਕਲਗੀਧਰ ਪਾਤਸ਼ਾਹ ਨੇ। ਨਾਲੇ ਆਰੰਭ ਵਿੱਚ ਪਹਿਲੇ ਛੰਦ ਵਿੱਚ ਕਹਿ ਵੀ ਦਿੱਤਾ ਕਿ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਸਾਰੇ ਨਾਮਾਂ ਦਾ ਕੋਈ ਕਥਨ ਨਹੀਂ ਕਰ ਸਕਦਾ, ਤੇ ਜਿਹੜੇ ਕਰਮ ਨਾਮ ਆ ਨਾ ਤੇਰੇ ਕੰਮਾਂ ਕਰਕੇ ਪਏ ਹੋਏ ਉਹਨਾਂ ਦਾ ਕਥਨ ਕਰਦੇ ਆ। ਤੋ ਐ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ। ਤੇ ਫਿਰ ਆਖਿਆ ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਪੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ। ਇਹ ਜੋ ਬਚਨ ਆਏ ਆ ਨਾ, ਇਹ ਸਾਰੇ ਹੀ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਹਨ। ਨਿਰਗੁਣ ਸਰੂਪ ਦੇ ਵੀ ਅਨੇਕਾਂ ਨਾਮ, ਸਰਗੁਣ ਦੇ ਵੀ। ਨਿਰਗੁਣ ਸਰਗੁਣ ਨਾਮ ਜੋ ਦੋਨਾਂ ਸਰੂਪਾਂ ਦੇ ਨਾਮ ਹਨ ਪਰਮੇਸ਼ਰ ਵਾਹਿਗੁਰੂ ਜੀ ਦੇ। ਪਰ ਉਹਨਾਂ ਸਾਰੇ ਨਾਮਾਂ ਵਿੱਚੋਂ ਹੁਣ ਗੋਬਿੰਦ, ਹਰੀ, ਵਾਸਦੇਵ, ਰਾਮ, ਬੀਠਲ, ਦਮੋਦਰ, ਦੀਨ ਦਿਆਲ, ਗੋਪਾਲ, ਇਹ ਸਾਰੇ ਨਾਮ ਹੀ ਆ।
ਪਰ ਕਹਿੰਦੇ ਇਹਨਾਂ ਸਾਰਿਆਂ ਨਾਮਾਂ ਦੇ ਵਿੱਚੋਂ ਜੋ ਵਾਹਿਗੁਰੂ ਨਾਮ ਹੈ ਨਾ, ਇਹ ਸਾਰਿਆਂ ਦਾ ਮੇਰ ਹੈ, ਸਾਰਿਆਂ ਤੋਂ ਸ਼੍ਰੋਮਣੀ ਹੈ। ਇਹ ਸੁਮੇਰ ਪਰਬਤ ਦੀ ਤਰ੍ਹਾਂ ਹੈ, ਬਾਕੀ ਸਾਰੇ ਛੋਟੇ ਆ, ਇਹ ਸਭ ਤੋਂ ਵੱਡਾ ਨਾਮ, ਸਭ ਤੋਂ ਵੱਡਾ। ਕਹਿੰਦੇ ਜਿਵੇਂ ਮਾਲਾ ਹੁੰਦੀ ਨਾ, ਮਾਲਾ ਵਿੱਚ ਮਣਕੇ, ਇਹ ਨਹੀਂ ਕਿ ਵੀ ਬਾਕੀ ਨਾਵਾਂ ਵਿੱਚ ਸ਼ਕਤੀ ਨਹੀਂ, ਉਹ ਵੀ ਮਹਾਨ ਵਾ। ਪਰ ਕਵੀ ਜੀ ਕਹਿੰਦੇ ਵੀ ਜਿਵੇਂ ਮਾਲਾ ਹੁੰਦੀ ਨਾ, ਮਾਲਾ ਵਿੱਚ ਕਿੰਨੇ ਮੋਤੀ ਹੁੰਦੇ, ਤੇ ਇੱਕ ਉੱਪਰਲੇ ਪਾਸੇ ਜਿਹੜਾ ਵਾ ਮੇਰੂ ਮਣਕਾ ਹੁੰਦਾ, ਉਹ ਮੋਟਾ ਹੁੰਦਾ। ਇਸੇ ਤਰ੍ਹਾਂ ਵਾਹਿਗੁਰੂ ਨਾਮ ਸਾਰਿਆਂ ਤੋਂ ਸ਼੍ਰੋਮਣੀ ਹੈ। ਭਾਵੇਂ ਮਾਲਾ ਵਿੱਚ ਉਹ ਮਣਕਾ ਤੇ ਜਪਣ ਦੇ ਕੰਮ ਨਹੀਂ ਨਾ ਆਉਂਦਾ, ਉਹਨੂੰ ਖਾਲੀ ਰੱਖਿਆ ਜਾਂਦਾ, ਪਰ ਵਾਹਿਗੁਰੂ ਦੀ ਵਡਿਆਈ ਜਿਹੜੀ ਉਹ ਵੱਡੀ ਹੈ। ਵਾਹਿਗੁਰੂ ਨਾਮ ਸਾਰੇ ਨਾਮਾਂ ਵਿੱਚੋਂ ਸ਼੍ਰੋਮਣੀ ਹੈ। ਸਭ ਤੇ ਉੱਚਾ ਜਾਣੀਏ, ਕਹਿੰਦੇ ਸਾਰੇ ਨਾਮਾਂ ਵਿੱਚੋਂ ਉੱਚਾ ਜਾਣੀਏ ਵਾਹਿਗੁਰੂ ਨਾਮ ਜੋ ਹੈ। ਲੇਤ ਨ ਕੀਜੈ ਦੇਰ, ਲੇਤ ਲੈਂਦਿਆਂ ਕਹਿੰਦੇ ਦੇਰ ਨਾ ਕਰੀਏ, ਲੇਤ ਨਾ ਕੀਜੈ ਦੇਰ, ਇਸ ਕਰਕੇ ਦੇਰੀ ਨਾ ਕਰੀਏ, ਹੁਣ ਤੋਂ ਹੀ ਸ਼ੁਰੂ ਕਰੀਏ ਨਾਮ ਜਪਣਾ ਐਸੇ ਸਵਾਸ ਨਾਲ ਹੀ। ਇਹ ਨਾ ਵੀ ਦੇਰੀ ਕਰੀਏ ਕੱਲ ਨੂੰ ਜਪਣਾ ਸ਼ੁਰੂ ਕਰਾਂਗੇ ਜਾ ਕੇ, ਵੀ ਜਵਾਨੀ ਤੋਂ ਬਾਅਦ ਵਿੱਚ ਜੀ ਬਿਰਧ ਅਵਸਥਾ 'ਚ ਜਪਾਂਗੇ। ਕਹਿੰਦੇ ਦੇਰੀ ਨਾ, ਕਬੀਰ ਕਾਲ ਕਰੰਤਾ ਅਵਹਿ ਕਰ, ਅਬ ਕਰਤਾ ਸੋਇ ਤਾਲ, ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਹਰ ਜਪਦਿਆਂ ਖਿਨ ਢਿੱਲਣਾ ਕੀ ਜਾਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੋ ਆਵੇ ਕੇ ਨਾ ਆਵੇ ਰਾਮ। ਵਾਹਿਗੁਰੂ ਨਾਮ ਸਭ ਤੋਂ ਉੱਚਾ ਜਾਣ ਲਈਏ, ਇਹਨੂੰ ਲੈਂਦਿਆਂ ਦੇਰੀ ਨਾ ਕਰੀਏ, ਹੁਣੇ ਹੀ ਜਪੀਏ। ਚੌਪਈ ਨਿਰਗੁਣ ਨਾਮ ਦੇ ਵਦ ਐਸੇ, ਹੁਣ ਦੱਸਣਗੇ ਵੀ ਨਿਰਗੁਣ ਨਾਮਾਂ ਤੋਂ ਵਧੇਕ ਵੱਡੀ ਮਹਿਮਾ ਵਾਲਾ ਵਾਹਿਗੁਰੂ ਕਿਵੇਂ ਹੈ। ਕਹਿੰਦੇ ਵੀ ਨਿਰਗੁਣ ਜੋ ਨਾਮ ਹੈ ਨਾ ਪ੍ਰਭੂ ਜੀ ਦੇ, ਉਹਨਾਂ ਤੋਂ ਵੱਡੀ ਮਹਿਮਾ ਵਾਲਾ ਨਾਮ ਵਾਹਿਗੁਰੂ ਇਸ ਤਰ੍ਹਾਂ ਹੈ। ਸੋ ਕਰ ਅਰਥ ਬਖਾਨੋ ਜੈਸੇ, ਕਹਿੰਦੇ ਉਹਦੇ ਅਰਥ ਕਰਕੇ ਕਥਨ ਕਰਦੇ ਹਾਂ, ਦੱਸਦੇ ਹਾਂ। ਵਾਹੇ ਨਾਮ ਅਚਰਜ ਕੋ ਹੋਈ, ਜੋ ਵਾਹੇ ਨਾਮ ਹੈ ਨਾ ਵਾਹਿਗੁਰੂ ਦੇ ਵਿੱਚ, ਵਾਹੇ ਨਾਮ ਅਚਰਜ ਕਾ ਹੈ। ਅਚਰਜ ਕਹਿੰਦੇ ਅਚਰਜ ਸਰੂਪ, ਤੇ ਅਚਰਜ ਕਿਸ ਨੂੰ ਆਖਿਆ ਜਾਂਦਾ ਆਪੇ ਦੱਸਣਗੇ। ਅਚਰਜ ਤੇ ਪਰ ਉਕਤ ਨ ਕੋਈ, ਕਹਿੰਦੇ ਅਚਰਜ ਉਸ ਨੂੰ ਕਿਹਾ ਜਾਂਦਾ ਹੈ, ਅਚਰਜ ਉਸ ਨੂੰ ਕਿਹਾ ਜਾਂਦਾ ਹੈ ਜਿੱਥੇ ਅੱਖਰ ਮੁੱਕ ਜਾਣ, ਜਿੱਥੇ ਉਕਤੀ ਕਥਨ ਕਰਨ ਦੀ ਸ਼ਕਤੀ ਮੁੱਕ ਜਾਵੇ, ਜਿੱਥੇ ਬੋਲ ਮੁੱਕ ਜਾਣ, ਉਹਨੂੰ ਵਾਹੇ ਆਖਿਆ ਜਾਂਦਾ, ਉਹਨੂੰ ਅਚਰਜ ਆਖਿਆ ਜਾਂਦਾ। ਇਸ ਕਰਕੇ ਵਾਹੇ ਨਾਮ ਸਭ ਤੋਂ ਉੱਤਮ ਹੈ। ਜਦੋਂ ਵਾਹੇ ਕਿਹਾ ਜਾਂਦਾ ਹੈ ਉਦੋਂ ਫਿਰ ਅਚਰਜ, ਵਾਹੇ ਦਾ ਅਰਥ ਹੈ ਅਚਰਜ, ਤੇ ਅਚਰਜ ਉਸ ਨੂੰ ਕਿਹਾ ਜਾਂਦਾ ਜਿੱਥੇ ਉਕਤੀ ਮੁੱਕ ਜਾਂਦੀ, ਕਥਨ ਕਰਨ ਦੀ ਬੋਲ ਬਾਣੀ ਸਭ ਖਤਮ ਹੋ ਜਾਂਦੀ, ਸ਼ਕਤੀ ਖਤਮ ਹੋ ਜਾਂਦੀ। ਜਿੱਥੇ ਬੋਲ, ਮੰਨ ਲਓ ਜੋ ਕੋਈ ਬਹੁਤ ਵਧੀਆ ਚੀਜ਼ ਆਪਾਂ ਵੇਖਦੇ ਹਾਂ ਤੇ ਉਹਦੇ ਵਾਸਤੇ ਕਿਹਾ ਜਾਂਦਾ ਵੀ ਇਹ ਬਹੁਤ ਸੁੰਦਰ ਚੀਜ਼, ਜਿਹੜੀ ਸੁੰਦਰ ਨਾਲੋਂ ਵੀ ਜ਼ਿਆਦਾ ਸੁੰਦਰ ਹੋਵੇ ਉਹਦੇ ਵਾਸਤੇ ਕਿਹਾ ਜਾਂਦਾ ਵਾਹ। ਇਹ ਤੇ ਉੱਥੇ ਫਿਰ ਮੂੰਹ ਚੋਂ ਵਾਹ ਨਿਕਲਦਾ, ਵਾਹ। ਉਹ ਜਿਹੜਾ ਵਾਹ ਹੈ ਨਾ, ਵਾਹੇ ਆ, ਉਹ ਅਚਰਜ ਦਾ ਵਾ। ਉੱਥੇ ਫਿਰ ਕਥਨ ਕਰਨ ਦੀ ਜਿਹੜੀ ਸ਼ਕਤੀ ਉਹ ਸਮਾਪਤ ਹੋ ਜਾਂਦੀ ਹੈ, ਉਦੋਂ ਪਰੇ ਕੋਈ ਅੱਖਰ ਨਹੀਂ ਹੈ। ਗੋ ਤਮ ਨਾਮ ਅਗਿਆਨ ਅਨਿਤ, ਫਿਰ ਜੋ ਗੁਰੂ ਹੈ ਤੇ ਗੁਰੂ ਤੋਂ ਗੱਗਾ ਜਿਹੜਾ ਹੈ ਗੋ, ਉਹ ਤਮ ਨਾਮ ਕਹਿੰਦੇ ਵੀ ਤਮ ਨਾਮ ਹਨੇਰੇ ਦਾ, ਜੋ ਅਗਿਆਨ ਰੂਪੀ ਹਨੇਰਾ ਹੈ ਤੇ ਅਨਿਤ ਹੈ, ਸਦਾ ਨਹੀਂ ਰਹਿਣ ਵਾਲਾ। ਰੋ ਪ੍ਰਕਾਸ਼ ਦਿਓ ਜਿਨ ਜਿਤ, ਇਹ ਰਾਰੇ ਅੱਖਰ ਨੂੰ ਭਾਈ ਸਾਹਿਬ ਰੋ ਕਰਕੇ ਇੱਥੇ ਉਚਾਰਦੇ, ਜਿਵੇਂ ਇਕੱਲੇ ਅੱਖਰ ਦਾ ਉਚਾਰਨ ਕਰਨਾ ਹੋਵੇ, ਜਿਵੇਂ ਗੱਗਾ ਅੱਖਰ ਤੇ ਕੋਈ ਗੱਗਾ ਕਹਿ ਦੇਵੇਗਾ, ਕੋਈ ਗਾ ਕਹਿ ਦੇਵੇਗਾ, ਕੋਈ ਕੰਨਾ ਲਾ ਕੇ ਗਾ ਵੀ ਕਹਿ ਦਿੰਦੇ। ਜਿਵੇਂ ਸੰਸਕ੍ਰਿਤ ਵਾਲੇ ਉਹ ਗਕਾਰ ਕਹਿ ਦਿੰਦੇ, ਗਕਾਰ, ਗੱਗੇ ਅੱਖਰ ਨੂੰ ਸੰਸਕ੍ਰਿਤ ਵਿੱਚ, ਰਾਰੇ ਨੂੰ ਰਕਾਰ ਕਹਿ ਦਿੰਦੇ, ਕੱਕੇ ਨੂੰ ਕਕਾਰ ਕਹਿ ਦਿੰਦੇ। ਇਸੇ ਕਰਕੇ ਪੰਜਾਂ ਕਕਾਰਾਂ ਨੂੰ ਕਕਾਰ ਕਿਹਾ ਜਾਂਦਾ। ਕਕਾਰ ਜਿਹਦੇ ਨਾਲ ਕੱਕਾ ਅੱਖਰ ਲੱਗਦਾ, ਕੱਕਾ ਕੇਸ, ਕੱਕਾ ਕੰਗਾ, ਕੱਕਾ ਕਿਰਪਾਨ, ਕੱਕਾ ਕੜਾ ਤੇ ਕੱਕਾ ਕਸ਼ਹਿਰਾ। ਕੱਕੇ ਨੂੰ ਸੰਸਕ੍ਰਿਤ ਵਿੱਚ ਕਕਾਰ ਕਹਿੰਦੇ। ਤੋ ਇਸ ਪ੍ਰਕਾਰ ਉਹ ਕੱਲਾ ਅੱਖਰ ਬੋਲਣਾ ਹੋਵੇ, ਉਹਨੂੰ ਔਂਕੜ ਨਾਲ ਵੀ ਬੋਲਿਆ ਜਾਂਦਾ, ਹੋੜੇ ਨਾਲ ਵੀ ਬੋਲਿਆ ਜਾਂਦਾ, ਕੰਨੇ ਨਾਲ ਵੀ ਬੋਲਿਆ ਜਾਂਦਾ। ਇੱਥੇ ਗੋ ਨਾਮ ਅਗਿਆਨ ਅਨਿਤ, ਰੂਪ ਪ੍ਰਕਾਸ਼ ਕੀਓ ਜਿਨ ਚਿੱਤ। ਭਾਈ ਸਾਹਿਬ ਨੇ ਆਖਿਆ ਰੋ, ਜੋ ਰਾਰਾ ਹੈ ਕਹਿੰਦੇ ਵੀ ਇਹ ਪ੍ਰਕਾਸ਼ ਦਾ ਵਾਚਕ ਹੈ, ਜੋ ਚਿੱਤ ਦੇ ਵਿੱਚ ਪ੍ਰਕਾਸ਼ ਕਰਨ ਵਾਲਾ ਹੈ। ਵੀ ਐਸਾ ਇਹ ਵਾਹਿਗੁਰੂ ਹੈ ਜੋ ਅਚਰਜ ਸਰੂਪ ਹੈ, ਜਿੱਥੇ ਕਥਨ ਦੀ ਸ਼ਕਤੀ ਮੁੱਕ ਜਾਂਦੀ ਹੈ ਤੇ ਫਿਰ ਜਿਹੜਾ ਜਪਦਾ ਹੈ ਉਹਦੇ ਅੰਦਰ ਦੇ ਅਗਿਆਨਤਾ ਰੂਪੀ ਅਨਿਤ ਨਾਸਮਾਨ ਹਨੇਰੇ ਨੂੰ ਨਾਸ ਕਰਕੇ ਤੇ ਗਿਆਨ ਦਾ ਪ੍ਰਕਾਸ਼ ਚਿੱਤ ਵਿੱਚ ਕਰਦਾ ਹੈ। ਸ੍ਰੀ ਨਾਨਕ ਨਾਮ ਬਣਾਇਓ, ਇਸ ਤਰ੍ਹਾਂ ਇਹ ਨਾਮ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਣਾਇਆ ਹੈ।
ਇਹ ਵਾਹਿਗੁਰੂ ਨਾਮ ਦਾ ਉਚਾਰਨ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੀਤਾ ਹੈ। ਸੁਨ ਸਰੁੱਤ ਸੰਤਨ ਚਿਤ ਸੁਖ ਪਾਇਓ। ਸੁਣ ਕਰਕੇ ਸੁਰਤ ਸਰਵਣਾ ਦੇ ਵਿੱਚ ਸੰਤ ਜਨਾਂ ਨੇ ਤੇ ਚਿੱਤ ਵਿੱਚ ਵਾਹਿਗੁਰੂ ਨਾਮ ਨੂੰ ਵਸਾ ਕਰਕੇ ਸੁਖ ਪਾਇਆ ਹੈ। ਦੋਹਰਾ ਕੋਨ ਸਰਗੁਣ ਕੇ ਨਾਮ ਤੇ ਅਦਿਕ ਜਾਨ ਮਨ ਮਾਰੇ। ਇਸੇ ਤਰ੍ਹਾਂ ਹੀ ਕਹਿੰਦੇ ਵੀ ਜਿਵੇਂ ਨਿਰਗੁਣ ਤੋਂ ਵੱਡਾ ਹੈ ਨਾ ਵਾਹਿਗੁਰੂ ਨਾਮ, ਨਿਰਗੁਣ ਦੇ ਜਿੰਨੇ ਨਾਮ, ਇਸੇ ਤਰ੍ਹਾਂ ਸਰਗੁਣ ਸਰੂਪ ਵਿੱਚ ਜਿੰਨੇ ਨਾਮ, ਉਹਨਾਂ ਤੋਂ ਵੀ ਨਾਮ ਵਾਹਿਗੁਰੂ ਵੱਡਾ ਹੈ। ਉਹ ਕਿਵੇਂ ਅਦਿਕ ਹੈ? ਕਹਿੰਦੇ ਮਨ ਵਿੱਚ ਜਾਣ ਲਵੋ। ਜਿਹ ਸਿਮਰਤ ਕਲ ਕਾਲ ਕੇ। ਜਿਸ ਦਾ ਸਿਮਰਨ ਕਰਦੇ ਆ ਕਲਯੁਗ ਦੇ ਸਮੇਂ ਦੇ। ਕਲਮਲ ਅਰਜਲ ਸਾਹੇ। ਜਿੰਨੇ ਵੀ ਪਾਪ ਆ ਕਲਯੁਗ ਦੇ, ਉਹ ਸਾਰੇ ਪਾਪ ਕਲਮਲ ਅਖਲ ਕਹੀਏ ਸਾਰੇ ਨਸਾਹੇ ਨਾਸ ਹੋ ਜਾਂਦੇ ਹਨ। ਸਾਰੇ ਨਾਮ ਹੀ ਨਾਸ ਹੋ ਜਾਂਦੇ। ਸੋ ਵਾਹਿਗੁਰੂ ਸਾਰੇ ਪਾਪ ਹੀ ਨਾਸ ਹੋ ਜਾਂਦੇ ਹਨ ਇਸ ਨਾਮ ਦਾ ਜਪ ਕਰਦੇ ਆ। ਇਹ ਸਰਗੁਣ ਸਰੂਪ ਦੇ ਨਾਵਾਂ ਨਾਲੋਂ ਵੀ ਸਾਰਿਆਂ ਨਾਲੋਂ ਮਹਾਨ ਹੈ। ਔਰ ਕਲਯੁਗ ਦੇ ਵਿੱਚ ਮਹਾਰਾਜ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹ ਵਾਹਿਗੁਰੂ ਨਾਮ ਉਚਾਰਨ ਕਰਕੇ ਇਹ ਜਪਣ ਵਾਸਤੇ ਦਿੱਤਾ। ਜਿਵੇਂ ਸਾਰੀਆਂ ਹੀ ਬੇੜੀਆਂ ਦਰਿਆ ਤੋਂ ਇੱਕ ਕੰਢੇ ਤੋਂ ਦੂਜੇ ਪਾਸੇ ਪਾਰ ਲਾਉਂਦੀਆਂ, ਪਰ ਜਿਹੜੀ ਬੇੜੀ ਨਵੀਂ ਹੋਵੇ ਨਾਲੇ ਉਹਦੀ ਵਾਰੀ ਪਹਿਲਾਂ ਹੋਵੇ ਤੇ ਫਿਰ ਉਹ ਛੇਤੀ ਪਾਰ ਲਾਉਂਦੀ ਹੈ। ਇਸ ਕਰਕੇ ਨਾਮ ਸਾਰੇ ਹੀ ਪਰਮੇਸ਼ਰ ਦੇ ਮਹਾਨ ਵਾ। ਜਦੋਂ ਗੁਰੂ ਕੀ ਬਾਣੀ ਦਾ ਸਹਿਜ ਪਾਠ ਕਰੀਏ ਜਾਂ ਅਖੰਡ ਪਾਠ ਕਰੀਏ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਸਾਰੇ ਹੀ ਪਰਮੇਸ਼ਰ ਦੇ ਨਾਮ ਲੈ ਲੈਨੇ ਆ। ਉਸ ਵੇਲੇ ਗੋਬਿੰਦ ਵੀ ਆ ਜਾਂਦਾ ਹੈ, ਗੋਪਾਲ ਵੀ ਆ ਜਾਂਦਾ ਹੈ, ਬਾਕੀ ਵੀ ਸਾਰੇ ਨਾਮ ਆ ਜਾਂਦੇ ਆ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅੱਲਾਹ ਹੈ। ਪਰ ਜਿਹੜਾ ਗੁਰਮੰਤਰ ਰੂਪ ਦੇ ਵਿੱਚ ਸਾਨੂੰ ਨਾਮ ਮਿਲਿਆ ਹੈ ਉਹ ਵਾਹਿਗੁਰੂ ਦਿੱਤਾ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ। ਦਸਾਂ ਹੀ ਪਾਤਸ਼ਾਹੀਆਂ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦੀ ਸਾਜਨਾ ਕਰਕੇ ਜਿੱਥੇ ਮੂਲ ਮੰਤਰ ਦ੍ਰਿੜ ਕਰਾਇਆ, ਉੱਥੇ ਨਾਮ ਫਿਰ ਵਾਹਿਗੁਰੂ ਦ੍ਰਿੜ ਕਰਾਇਆ। ਇਹ ਖਾਲਸਾ ਜੀ ਵਾਹਿਗੁਰੂ ਗੁਰਮੰਤਰ ਹੈ, ਇਹ ਵਾਹਿਗੁਰੂ ਗੁਰਮੰਤਰ ਦਾ ਤੁਸੀਂ ਜਾਪ ਕਰਨਾ ਹੈ। ਤਾਂ ਸਾਧ ਸੰਗਤ ਜੀ, ਸੋ ਇਹ ਨਾਮ ਦੀ ਮਹਿਮਾ ਭਾਈ ਸਾਹਿਬ ਜੀ ਨੇ ਬੇਨਤੀ ਮੰਗਲ ਕੀਤੇ ਹਨ। ਤੋ ਇਸ ਕਰਕੇ ਇਹਨਾਂ ਦੀ ਵਿਚਾਰ ਕਰਨੀ ਵੀ ਬੜੀ ਜ਼ਰੂਰੀ ਹੈ। ਔਰ ਇਹੀ ਤਾਂ ਸਾਰਾ ਨਿਚੋੜ ਹੈ ਸਾਧ ਸੰਗਤ ਜੀ। ਅਸਲ ਵਿੱਚ ਇਹ ਨਿਚੋੜ ਹੈ ਸਾਰਾ, ਕਿਉਂਕਿ ਗੁਰਬਾਣੀ ਦਾ ਉਪਦੇਸ਼ ਵੀ ਨਾਮ ਜਪਣ ਵਾਸਤੇ ਹੈ ਤੇ ਇਤਿਹਾਸ ਸੁਣ ਕਰਕੇ ਵੀ ਸਾਰਾ ਨਾਮ ਜਪਣ ਵਾਸਤੇ ਹੀ ਪ੍ਰੇਰਨਾ ਹੈ। ਇਸ ਕਰਕੇ ਬਾਕੀ ਜਿਹੜੇ ਇਤਿਹਾਸ ਹੈ ਉਹਦੇ ਵਿੱਚ ਮਨ ਜ਼ਿਆਦਾ ਲੱਗਦਾ ਹੈ। ਜਦੋਂ ਐਸੀ ਵਿਚਾਰ ਆ ਜਾਂਦੀ ਹੈ ਤੇ ਫਿਰ ਕਈ ਵਾਰੀ ਮਨ ਸੱਜੇ ਖੱਬੇ ਭੱਜਦਾ ਉਚਾਟ ਵੀ ਹੁੰਦਾ ਹੈ ਵੀ ਇਹ ਤਾਂ ਵਾਰ-ਵਾਰ ਨਾਮ ਦੀ ਗੱਲ ਆਈ ਜਾਂਦੀ, ਪਰ ਨਾਮ ਦੀ ਗੱਲ ਹੀ ਤੇ ਸਭ ਤੋਂ ਵੱਡੀ ਹੈ। ਪਰ ਜਦੋਂ ਸਾਖੀ ਚੱਲਦੀ, ਇਤਿਹਾਸ ਚੱਲਦਾ ਹੈ ਤੇ ਫਿਰ ਉਹਦੇ ਵਿੱਚ ਇਹ ਹੁੰਦਾ ਕਿ ਅੱਜ ਮਹਾਰਾਜ ਸਾਹਿਬ ਨੇ ਆਹ ਕਹੋ ਤੇ ਕੀਤਾ, ਕੱਲ ਨੂੰ ਆਹ ਕਰਨਾ, ਪਰਸੋਂ ਨੂੰ ਆਹ ਕਰਨਾ। ਉਹਦੇ ਵਿੱਚ ਫਿਰ ਜਿਹੜਾ ਇੱਕ ਉਤਸ਼ਾਹ ਜਿਹਾ ਬਣ ਜਾਂਦਾ। ਪਰ ਛੇਤੀ ਹੀ ਇਤਿਹਾਸ ਦੀ ਰਮਤਾ ਹੋ ਜਾਵੇਗੀ, ਮੰਗਲ ਸਮਾਪਤ ਹੋ ਜਾਣਗੇ ਤੇ ਅੱਗੇ ਫਿਰ ਇਤਿਹਾਸ ਦਾ ਜਿਹੜਾ ਪ੍ਰਸੰਗ ਹੈ ਉਹ ਸਾਧ ਸੰਗਤ ਜੀ ਆਰੰਭ ਹੋ ਜਾਵੇਗਾ। ਤੋ ਜਿਵੇਂ ਮਹਾਂਪੁਰਖਾਂ ਨੇ ਆਰੰਭਤਾ ਵੇਲੇ ਉਸ ਦਿਨ ਵਚਨ ਕੀਤਾ ਸੀ, ਕਹਿੰਦੇ ਇਹ ਤਾਂ ਸਮੁੰਦਰ ਹੈ, ਸਾਗਰ ਤਰਨ ਵਾਲੀ ਗੱਲ ਹੈ ਕਿ ਹੁਣ ਸਮੁੰਦਰ ਇੱਕ ਦਿਨ 'ਚ ਤਾਂ ਤਰਿਆ ਨਹੀਂ ਜਾਂਦਾ, ਇੱਕ ਦਿਨ ਵਿੱਚ ਤਰ ਕੇ ਕੋਈ ਪਾਰ ਹੋ ਜੇ। ਹਾਲੇ ਕਿ ਆ ਜਿਹੜਾ ਸੰਸਾਰੀ ਸਮੁੰਦਰ ਇਹ ਤਰਨਾ ਸੌਖਾ ਹੈ। ਗੁਰੂ ਕੀ ਬਾਣੀ, ਗੁਰੂ का ਇਤਿਹਾਸ ਇਹ ਐਸਾ ਸਾਗਰ ਹੈ, ਇਹ ਗੁਰੂ ਕੀ ਕਿਰਪਾ ਦੇ ਨਾਲ ਹੀ ਸਾਧ ਸੰਗਤ ਜੀ ਤਰਿਆ ਜਾਂਦਾ ਹੈ। ਇਹਦੇ 'ਚ ਤਾਰੀਆਂ ਲਾ ਕੇ ਆਨੰਦ ਮਾਣੀਦਾ ਹੈ। ਗੁਰੂ ਕੇ ਪਾਵਨ ਪਵਿੱਤਰ ਇਹ ਨਾਮ ਦੀ ਮਹਿਮਾ ਦੀ ਵਿਚਾਰ ਸਾਂਝੀ ਕਰਦੇ ਹਾਂ। ਭਾਈ ਸੰਤੋਖ ਸਿੰਘ ਜੀ ਦੀ ਰਚਨਾ, ਅਧਿਆਇ ਪਹਿਲਾ, ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ। ਭੁੱਲਾਂ ਚੁੱਕਾਂ ਦੀ ਖਿਮਾ ਦੇਣੀ। ਸੋ ਸਤਿਗੁਰੂ ਗਰੀਬ ਨਵਾਜ ਔਰ ਗੁਰੂ ਕੀ ਸੰਗਤ ਜੀ ਅੱਗੇ ਵਾਸਤੇ ਸਮਤ ਬਖਸ਼ਣੀ। ਦੇਹੋ ਸੱਜਣ ਆਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ 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 ਵਾਹਿਗੁਰੂ। हे गोविंद हे गोपाल हे दयाल लाल, प्राण नाथ अनाथ सखे दीन दर्द निवार।
हे समरथ अगम पूरन मोहे मया तार अंधकूप महापयान नानक पारे उतार आए प्रभ शरणागति कृपा निध दयाल एक अक्षर हर मन बसत नानक होत निहाल कथा निता प्रत होत है सुनहो सिंह सुजान नानक गुर गोबिंद सिंह जी सदा करे कल्याण नानक गुर गोबिंद सिंह जी सदा करे कल्याण वाहिगुरु जी का खालसा वाहिगुरु जी की फतेह। सत श्री अकाल। वाहिगुरु जी का खालसा वाहिगुरु जी की फतेह।